ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਸਾਡੇ ਇਸ YouTube ਚੈਨਲ ਤੇ। ਅੱਜ ਅਸੀਂ ਭਾਰਤ ਦੇ ਸੰਵਿਧਾਨ ਦੇ ਕੁਝ ਇੰਪੋਰਟੈਂਟ ਆਰਟੀਕਲਸ ਦੇਖਣ ਵਾਲੇ ਹਾਂ, ਜਾਂ ਆਪਾਂ ਪੰਜਾਬੀ 'ਚ ਅਨੁਸੂਚੀ ਵੀ ਕਹਿ ਦਿੰਦੇ ਹਾਂ। ਤੁਹਾਨੂੰ ਪਤਾ ਆਰਟੀਕਲਸ ਤੋਂ, ਅਨੁਸੂਚੀਆਂ ਤੋਂ ਕਿੰਨੇ ਇੰਪੋਰਟੈਂਟ ਕੁਐਸਚਨਸ ਬਣਦੇ ਨੇ ਆਪਣੇ ਐਗਜ਼ਾਮ ਵਿੱਚ। ਜੇ ਲਾ ਲਓ ਤੁਸੀਂ 100% ਦੇ ਸੰਵਿਧਾਨ ਦਾ ਪੇਪਰ ਹੋਵੇ, ਉਹਦੇ ਵਿੱਚ 30% ਤਾਂ ਕੁਐਸਚਨ ਜਿਹੜੇ ਨੇ ਆਪਣੇ ਇੱਥੋਂ ਹੀ ਆਉਂਦੇ ਨੇ, ਸਿੱਧਾ ਹੀ ਆਰਟੀਕਲ ਤੋਂ ਪੁੱਛੇ ਜਾਂਦੇ ਨੇ। ਇਹਨੂੰ ਅਨੁਛੇਦ ਅਨੁਸੂਚੀ ਵੀ ਕਹਿ ਦਿੰਦੇ ਆ ਆਪਾਂ। ਇਹਨੂੰ ਆਰਟੀਕਲਸ ਅੱਗੇ ਹੀ ਕੰਸੀਡਰ ਕਰਾਂਗੇ ਸਾਰੀ ਵੀਡੀਓ 'ਚ, ਠੀਕ ਹੈ। ਤੇ ਜੇ ਇੱਦਾਂ ਮੰਨ ਕੇ ਚੱਲੋ, ਜੇ ਤੁਸੀਂ 10 ਕੁਐਸਚਨ ਆਣੇ ਆ ਤੁਹਾਡੇ ਪੋਲਿਟੀ ਦੇ ਪੇਪਰ 'ਚ, ਜੇ ਮੰਨ ਕੇ ਚੱਲੋ 10, ਤਾਂ ਉਹਦੇ ਵਿੱਚੋਂ 3 ਤੋਂ 4 ਕੁਐਸਚਨ ਤੁਹਾਨੂੰ ਡਾਇਰੈਕਟ ਆਰਟੀਕਲਸ ਤੋਂ ਦੇਖਣ ਨੂੰ ਮਿਲਣਗੇ। ਜਿਨ੍ਹਾਂ ਨੇ ਪਿਛਲੇ ਐਗਜ਼ਾਮ ਦਿੱਤੇ ਉਹਨਾਂ ਨੂੰ ਸਾਰਿਆਂ ਨੂੰ ਇਹ ਆਈਡੀਆ ਹੋਏਗਾ ਕਿ ਕਿੰਨੇ ਇੰਪੋਰਟੈਂਟ ਨੇ ਆਰਟੀਕਲ। ਤੇ ਆਪਾਂ ਸੰਵਿਧਾਨ ਸ਼ੁਰੂ ਕਰਦੇ ਹਾਂ। ਤੇ ਸੰਵਿਧਾਨ ਦਾ ਸਭ ਤੋਂ ਪਹਿਲਾਂ ਜਿਹੜਾ ਇੰਪੋਰਟੈਂਟ ਹੈ ਵੀ, ਜਿਸ ਟਾਈਮ ਸੰਵਿਧਾਨ ਬਣਿਆ ਸੀਗਾ, ਤੁਹਾਨੂੰ ਪਤਾ ਉਸ ਟਾਈਮ ਦੀਆਂ ਥੋੜ੍ਹੀਆਂ ਕੁਝ ਗੱਲਾਂ ਮੈਂ ਦੱਸ ਦਿੰਦਾ ਤੁਹਾਨੂੰ। ਜਿਹੜੀ ਪਹਿਲੀ ਜਿਹੜੀ ਕੌਂਸਟੀਟਿਊਂਟ ਅਸੈਂਬਲੀ ਹੈ, ਜਿਹੜੀ ਸੰਵਿਧਾਨ ਬਣਾਉਣ ਵਾਲੀ ਅਸੈਂਬਲੀ, ਠੀਕ ਹੈ, ਉਹਨੂੰ ਜਿਹੜਾ ਹੈੱਡ ਕੀਤਾ ਸੀ ਸਚਿਦਾਨੰਦ ਸਿਨਹਾ ਨੇ ਕੀਤਾ ਸੀਗਾ, ਠੀਕ ਹੈ ਜੀ। ਤੇ ਜਿਹੜੇ ਪਹਿਲੇ ਚੇਅਰਮੈਨ ਬਣੇ ਸੀਗੇ ਉਹ ਡਾਕਟਰ ਰਾਜਿੰਦਰ ਪ੍ਰਸਾਦ, ਠੀਕ ਹੈ ਜੀ। ਤੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਤੁਹਾਨੂੰ ਪਤਾ BR ਅੰਬੇਡਕਰ ਸਾਹਿਬ ਨੇ। ਤੇ ਇਹਨੂੰ 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਸੰਵਿਧਾਨ ਬਣਨ ਨੂੰ, ਠੀਕ ਹੈ। 2 ਕੁਐਸਚਨ ਬਣਦੇ ਨੇ ਸਿੱਧੇ ਸਿੱਧੇ ਵੀ, ਜਿਹੜਾ ਆਪਣਾ ਸੰਵਿਧਾਨ ਹੈ ਉਹਨੂੰ ਕਦੋਂ ਅਸੈਪਟ ਕੀਤਾ ਗਿਆ, ਸਵੀਕਾਰ ਕਦੋਂ ਕੀਤਾ ਗਿਆ। ਤਾਂ ਉਹਦਾ ਸਹੀ ਆਨਸਰ ਹੈ ਜੀ 26 ਨਵੰਬਰ 1949, ਠੀਕ ਹੈ ਜੀ। ਤੇ ਇੱਕ ਹੁੰਦਾ ਵੀ ਇੰਪਲੀਮੈਂਟ ਕਦੋਂ ਕੀਤਾ ਗਿਆ, ਲਾਗੂ ਕਦੋਂ ਕੀਤਾ ਗਿਆ, ਤਾਂ ਉਹਦਾ ਹੁੰਦਾ ਜੀ 26 ਜਨਵਰੀ 1950, ਠੀਕ ਹੈ। 26 ਨਵੰਬਰ 1949 ਤੇ 26 ਜਨਵਰੀ 1950, ਇਹਨਾਂ ਦੋਨਾਂ ਡੇਟਸ ਨੂੰ ਮਾਈਂਡ 'ਚ ਰੱਖਣਾ ਹੈ, ਕਿਉਂਕਿ ਡਾਇਰੈਕਟ ਕੁਐਸਚਨ ਇੱਥੋਂ ਪੁੱਛਿਆ ਜਾ ਸਕਦਾ ਹੈ, ਠੀਕ ਹੈ ਜੀ। ਤੇ ਹੁਣ ਆਪਾਂ ਸੰਵਿਧਾਨ ਦੇ ਆਰਟੀਕਲਸ ਜਿਹੜੇ ਆ, ਅਨੁਸੂਚੀਆਂ ਨੂੰ ਆਪਾਂ ਇੱਥੋਂ ਸਟੱਡੀ ਕਰਾਂਗੇ। ਤੇ ਇਹਦਾ PDF ਤੁਹਾਨੂੰ ਜਿਹੜਾ ਹੈਗਾ ਟੈਲੀਗ੍ਰਾਮ ਗਰੁੱਪ ਵਿੱਚ ਮਿਲ ਜਾਏਗਾ। ਤਾਂ ਟੈਲੀਗ੍ਰਾਮ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ, ਤੁਸੀਂ ਜੁਆਇਨ ਕਰ ਲਿਓ। ਤੇ ਜਿਹੜੇ ਇਹਦੇ ਵਿੱਚ ਜਿਹੜੀ PDF ਹੈ ਉਹਦੇ ਵਿੱਚ ਤਾਂ ਸਾਰੇ ਆਰਟੀਕਲਸ ਨੇ 1 ਤੋਂ 395 ਤੱਕ। ਤੁਹਾਨੂੰ ਪਤਾ ਜਦੋਂ ਸੰਵਿਧਾਨ ਬਣਿਆ ਸੀਗਾ ਆਪਣੇ 395 ਆਰਟੀਕਲ ਸੀਗੇ ਆਪਣੇ ਸੰਵਿਧਾਨ ਦੇ ਵਿੱਚ, 22 ਪਾਰਟਸ ਸੀਗੇ ਤੇ 8 ਸ਼ਡਿਊਲ ਸੀਗੇ। 8 ਤੇ ਹੁਣ ਜਿਹੜਾ ਹੈਗਾ 25 ਪਾਰਟਸ ਹੋ ਚੁੱਕੇ ਨੇ, 448 ਤੋਂ ਪਲੱਸ ਆਰਟੀਕਲਸ ਨੇ, ਠੀਕ ਹੈ। ਤੁਹਾਨੂੰ ਪਤਾ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ ਇਹਦੇ ਵਿੱਚ, ਫੇਰ ਬਦਲ ਮਤਲਬ ਚੇਂਜਸ ਕਰਦੇ ਰਹਿੰਦੇ ਨੇ। ਕੋਈ ਲਾਅ ਦੇ ਵਿੱਚ ਚੇਂਜ ਕਰਕੇ ਉਹਨੂੰ ਨਵਾਂ ਬਣਾ ਦਿੰਦੇ ਨੇ। ਤਾਂ ਇਹ ਹੁਣ 448 ਪਲੱਸ ਨੇ, ਠੀਕ ਹੈ ਜੀ। ਤੇ 25 ਪਾਰਟਸ ਨੇ ਤੇ ਜਿਹੜੇ 12 ਸ਼ਡਿਊਲ ਨੇ ਹੁਣ। ਤਾਂ ਆਪਾਂ ਹੁਣ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਮੈਂ ਜਿਹੜੇ ਇੰਪੋਰਟੈਂਟ ਹੋਣਗੇ ਉਹ ਤੁਹਾਨੂੰ ਹਾਈਲਾਈਟ ਕਰ ਦੂੰਗਾ। ਤੈਨੂੰ ਹਾਈਲਾਈਟ ਵਾਲੇ PDF ਤੇ ਜਿਹੜਾ ਬਿਨਾਂ ਹਾਈਲਾਈਟ ਤੋਂ, ਦੋਨੋਂ PDF ਤੁਹਾਨੂੰ ਟੈਲੀਗ੍ਰਾਮ 'ਚ ਮਿਲ ਜਾਣਗੇ। ਤਾਂ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ। ਸਭ ਤੋਂ ਪਹਿਲਾਂ ਭਾਰਤ ਦਾ ਸੰਵਿਧਾਨ ਜਿਹੜਾ ਸ਼ੁਰੂ ਹੁੰਦਾ, ਪਹਿਲਾ ਜਿਹੜਾ ਆਰਟੀਕਲ ਹੈ ਇਹ ਹੈਗਾ ਭਾਗ 1। ਤੇ ਜਿਹੜਾ ਇਹਨੂੰ ਮੈਂ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ 'ਚ ਵੀ ਦੱਸੀ ਜਾਊਂਗਾ, ਜਿਹੜੇ ਇੰਗਲਿਸ਼ ਵਾਲੇ ਨੇ ਉਹਨਾਂ ਨੂੰ ਵੀ ਸਮਝ ਆਈ ਜਾਵੇ। ਭਾਗ 1 ਮਤਲਬ ਪਾਰਟ 1, ਸੰਘ ਅਤੇ ਉਸਦੇ ਰਾਜ ਖੇਤਰ, ਯੂਨੀਅਨ ਐਂਡ ਇਟਸ ਟੈਰੀਟਰੀ, ਠੀਕ ਹੈ ਜੀ। ਯੂਨੀਅਨ ਐਂਡ ਇਟਸ ਟੈਰੀਟਰੀ, ਸੰਘ ਅਤੇ ਉਸਦੇ ਰਾਜ ਖੇਤਰ। ਇਹਦੇ ਵਿੱਚ 4 ਆਰਟੀਕਲ ਆਉਂਦੇ ਨੇ। ਇੱਥੇ ਆਪਾਂ ਪੈਨ ਚੱਕ ਲੈਂਦੇ ਹਾਂ। 1 ਤੋਂ 4 ਜਿਹੜੇ ਨੇ ਉਹ ਆਪਣੇ ਆਉਂਦੇ ਨੇ ਸੰਘ ਅਤੇ ਉਸਦੇ ਰਾਜ ਖੇਤਰ ਨਾਲ। ਇਹੀ ਜਿਹੜਾ ਸਭ ਤੋਂ ਇੰਪੋਰਟੈਂਟ ਹੈ। ਤੇ ਇਹਦੇ ਵਿੱਚ ਜੇ ਤੁਸੀਂ ਡੀਪ ਪੜ੍ਹਨਾ ਹੈ, ਕਿਉਂਕਿ ਹੁਣ ਤੁਹਾਨੂੰ ਪਤਾ ਟਾਈਮ ਤਾਂ ਹੈ ਨਹੀਂ ਹੈਗਾ, ਤੇ ਤਾਂ ਕਰਕੇ ਮੈਂ ਬਸ ਇੰਪੋਰਟੈਂਟ ਦੱਸੂਗਾ ਵੀ ਨਾ, ਕਿ ਜੇ ਯਾਦ ਰੱਖੀਏ ਤਾਂ ਪੇਪਰ ਆਪਣਾ ਮਤਲਬ ਕਨਸਟੀਟਿਊਸ਼ਨ ਜਿਹੜਾ ਸੰਵਿਧਾਨ ਦੇ ਜਿਹੜੇ ਕੁਐਸਚਨ ਨੇ ਆਪਾਂ ਅਟੈਂਪਟ ਕਰ ਪਾਈਏ, ਠੀਕ ਹੈ ਨਾ। ਸਭ ਤੋਂ ਪਹਿਲਾਂ ਪਾਰਟ 1 ਹੋ ਗਿਆ। ਪਾਰਟ 1 ਦੇ ਵਿੱਚ ਆ ਗਿਆ ਸੰਘ ਅਤੇ ਉਸਦੇ ਰਾਜ ਖੇਤਰ, ਯੂਨੀਅਨ ਐਂਡ ਇਟਸ ਟੈਰੀਟਰੀ। ਤੇ 1 ਤੋਂ 4 ਆਰਟੀਕਲ ਜਿਹੜੇ ਨੇ ਇਹਦੇ ਵਿੱਚ ਮੈਂਸ਼ਨ ਨੇ, ਠੀਕ ਹੈ ਜੀ। ਤੇ ਇਹਦੇ ਤੋਂ ਕੁਐਸਚਨ ਕਈ ਵਾਰੀ ਬਣ ਜਾਂਦੇ ਨੇ ਵੀ ਭਾਰਤ ਜਿਹੜਾ ਹੈਗਾ ਯੂਨੀਅਨ ਆਫ ਸਟੇਟ ਹੈ, ਇਹ ਕਿਹੜੇ ਆਰਟੀਕਲ 'ਚ ਦੱਸਿਆ ਗਿਆ, ਤਾਂ ਆਰਟੀਕਲ ਪਹਿਲੇ 'ਚ ਦੱਸਿਆ ਗਿਆ। ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੇ ਆਰਟੀਕਲ ਹੈਗੇ ਨੇ। ਇੱਥੇ ਪਹਿਲੇ ਦੇ ਵਿੱਚ ਸੰਘ ਦਾ ਨਾਂ ਤੇ ਉਸਦੇ ਰਾਜ ਖੇਤਰ, ਦੂਜੇ ਦੇ ਵਿੱਚ ਨਵੇਂ ਰਾਜ ਦਾ ਦਾਖਲਾ ਜਾਂ ਸਥਾਪਨ, ਤੀਜੇ ਦੇ ਵਿੱਚ ਨਵੇਂ ਰਾਜਾਂ ਦਾ ਬਣਾਉਣਾ, ਮੌਜੂਦਾ ਰਾਜਾਂ ਦੇ ਖੇਤਰਾਂ ਜਾਂ ਹੱਦਾਂ ਦਾ ਨਾਮ ਦਾ ਬਦਲਣਾ, ਚੌਥੇ ਦੇ ਵਿੱਚ ਪਿਛਲੀ ਅਤੇ ਚੌਥੀ ਅਨੁਸੂਚੀਆਂ ਦਾ ਸੋਧ ਅਤੇ ਪੂਰਕ ਅਨੁਸੰਗਤ ਅਤੇ ਪ੍ਰਮਾਣਕ ਮਾਮਲਿਆਂ ਲਈ ਉਪਲਬਧ ਕਰਨ ਦੇ ਅਨੁਛੇਦ 2 ਅਤੇ 3 ਅਧੀਨ ਬਣਾਏ ਗਏ ਕਾਨੂੰਨ। ਤੁਸੀਂ ਬਸ ਇੰਨਾ ਯਾਦ ਰੱਖਣਾ, 1 ਤੋਂ 4 ਦੇ ਵਿੱਚ ਸੰਘ ਅਤੇ ਉਸਦੇ ਰਾਜ ਖੇਤਰ ਨੇ। ਤੁਹਾਨੂੰ ਜਿਹੜੇ ਆਪਸ਼ਨਸ ਮਿਲਣਗੇ ਦੂਰ ਮਿਲਣਗੇ, ਤੁਸੀਂ ਆਰਾਮ ਨਾਲ ਇਹ ਅਟੈਂਪਟ ਕਰ ਲਓਗੇ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਭਾਗ 2 ਦੀ, ਠੀਕ ਹੈ। ਤੁਹਾਨੂੰ ਮੈਂ ਜਿੱਦਾਂ ਕਿ ਦੱਸਿਆ, ਹੁਣ ਆਪਣੇ 25 ਭਾਗ ਨੇ, 25 ਪਾਰਟਸ ਦੇ ਵਿੱਚ ਕਨਸਟੀਟਿਊਸ਼ਨ ਡਿਵਾਈਡ ਹੈ। ਤਾਂ ਆਪਾਂ ਭਾਗ 2 ਤੇ ਹਾਂ। ਭਾਗ 2 ਦੇ ਵਿੱਚ ਆ ਜਾਂਦਾ ਨਾਗਰਿਕਤਾ। ਨਾਗਰਿਕਤਾ ਨੂੰ ਅੰਗਰੇਜ਼ੀ 'ਚ ਆਪਾਂ ਕਹਿੰਦੇ ਹਾਂ ਸਿਟੀਜ਼ਨਸ਼ਿਪ ਜਿਹੜਾ ਹੈਗਾ ਇਹ ਆਪਣਾ 5 ਤੋਂ 11 ਤੱਕ ਚੱਲਦਾ ਹੈ, ਠੀਕ ਹੈ। 1 ਤੋਂ 4 ਤੱਕ ਉਹ ਸੀਗਾ ਤੇ 5 ਤੋਂ 11 ਤੱਕ ਨਾਗਰਿਕਤਾ ਹੈ। ਤੇ ਇਹਦੇ ਵਿੱਚ ਬਸ ਤੁਸੀਂ ਇਹੀ ਯਾਦ ਰੱਖਣਾ ਵੀ 5 ਤੋਂ 11 ਦੇ ਵਿੱਚ ਨਾਗਰਿਕਤਾ। ਤੁਹਾਨੂੰ ਨਾਗਰਿਕਤਾ ਦੇ ਨਾਲ ਕੋਈ ਵੀ ਆਰਟੀਕਲ ਪੁੱਛਿਆ ਜਾਂਦਾ ਹੈ ਤਾਂ ਤੁਸੀਂ ਬਸ 5 ਤੋਂ 11 ਦੇ ਵਿੱਚ ਉੱਥੋਂ ਮਾਰਕ ਕਰ ਦੇਣਾ, ਜਿਹੜਾ ਵੀ ਹੋਇਆ ਤੇ ਸਹੀ ਹੋ ਜਾਏਗਾ ਤੁਹਾਡਾ, ਕਿਉਂਕਿ ਆਪਸ਼ਨ ਦੂਰ ਦਿੱਤੇ ਹੋਣਗੇ। ਹੁਣ ਆਪਾਂ ਨੈਕਸਟ ਆਉਂਦੇ ਹਾਂ ਭਾਗ 3 ਤੇ ਮੂਲ ਅਧਿਕਾਰ। ਇਹ ਬਹੁਤ ਇੰਪੋਰਟੈਂਟ ਆਰਟੀਕਲ ਹੈ। ਮੂਲ ਅਧਿਕਾਰ ਜਿਹੜਾ ਹੈਗਾ ਆਪਣਾ 12 ਤੋਂ ਲੈ ਕੇ 35 ਤੱਕ ਹੈ ਮੂਲ ਅਧਿਕਾਰ, ਠੀਕ ਹੈ।
ਤੇ ਇਹਨੂੰ ਮੈਂ ਤੁਹਾਨੂੰ ਯਾਦ ਕਰਨ ਦਾ ਤਰੀਕਾ ਦੱਸਿਆ, ਇਹਦੇ ਵਿੱਚ ਸਾਰੇ ਹੀ ਇੰਪੋਰਟੈਂਟ ਨੇ 12 ਤੋਂ 35 ਦੇ ਵਿੱਚ, ਬਟ ਉਹਦੇ ਵਿੱਚੋਂ ਵੀ ਮੋਸਟ ਇੰਪੋਰਟੈਂਟ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸੂਗਾ। ਠੀਕ ਹੈ, ਇਹਨੂੰ ਆਪਾਂ ਇਦਾਂ ਯਾਦ ਰੱਖਣਾ ਹੈ 5 5 2 4 2 4। ਇੱਕ ਟ੍ਰਿਕ ਹੈ ਛੋਟੀ ਜਿਹੀ ਨੂੰ ਯਾਦ ਰੱਖਣ ਦੀ ਕਿ ਜਿਹੜੇ ਨੇ ਆਪਣੇ, ਜੇ ਤੁਹਾਨੂੰ ਪਤਾ ਵੀ ਮੂਲ ਅਧਿਕਾਰ ਦੇ ਵਿੱਚ 6 ਮਤਲਬ ਇਹਨੂੰ 6 ਪਾਰਟਸ 'ਚ ਡਿਵਾਈਡ ਕੀਤਾ ਗਿਆ। ਜੇ ਤੁਹਾਨੂੰ ਪੁੱਛਣ ਕਿ ਮੂਲ ਅਧਿਕਾਰ ਕਿੰਨੇ ਨੇ ਆਪਣੇ, ਤਾਂ 6 ਨੇ। ਤਾਂ ਉਸੇ ਤਰ੍ਹਾਂ ਇਹ ਦੇਖ ਲਓ 1 2 3 4 5 6। ਪਹਿਲੇ ਦੇ ਵਿੱਚ ਜਿਹੜੇ ਪਹਿਲੀ ਹੈਡਿੰਗ ਦੇ ਅੰਦਰ 5 ਆਉਂਦੇ ਨੇ, ਦੂਜੀ ਹੈਡਿੰਗ ਦੇ ਅੰਦਰ 5, ਤੀਜੀ ਦੇ ਵਿੱਚ 2, ਚੌਥੀ ਦੇ ਵਿੱਚ 4, ਪੰਜਵੀਂ 'ਚ 2 ਤੇ ਛੇਵੀਂ 'ਚ 4। ਆਪਾਂ ਇੱਥੇ ਦੇਖ ਲੈਂਦੇ ਕਿਵੇਂ। ਪਹਿਲਾਂ ਤਾਂ ਜੇ ਹੋ ਗਿਆ ਇੱਥੋਂ ਸ਼ੁਰੂ ਹੁੰਦਾ ਹੈ ਸਮਤਾ ਦਾ ਅਧਿਕਾਰ, ਜਾਂ ਫਿਰ ਇਹਨੂੰ ਕਹਿੰਦੇ ਆਪਾਂ ਰਾਈਟ ਟੂ ਇਕੁਐਲਿਟੀ। ਕੁਐਸਚਨ ਇੱਥੋਂ ਹੀ ਬਣਦੇ ਆ। ਠੀਕ ਹੈ, ਇਹਦੇ ਵਿੱਚ ਤੁਸੀਂ ਦੇਖ ਲਓ 1 2 3 4 5 ਆਰਟੀਕਲ ਨੇ ਨਾ, ਉੱਥੇ ਮੈਂ 5 ਦੱਸਿਆ ਤੁਹਾਨੂੰ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਜਿਹੜਾ ਧਰਮ, ਨਸਲ, ਜਾਤ, ਲਿੰਗ ਜਾਂ ਜਨਮ ਸਥਾਨ ਦੇ ਆਧਾਰ ਤੇ ਵਿਤਕਰੇ ਦੀ ਮਨਾਹੀ। ਠੀਕ ਹੈ, ਆਰਟੀਕਲ ਨੰਬਰ 15। ਆਰਟੀਕਲ 15 ਨੂੰ ਆਪਾਂ ਇਦਾਂ ਯਾਦ ਰੱਖ ਸਕਦੇ ਹਾਂ, ਆਰਟੀਕਲ 15 ਤੇ ਫਿਲਮ ਬਣੀ ਹੋਈ ਹੈ ਆਯੁਸ਼ਮਾਨ ਖੁਰਾਨਾ ਦੀ, ਤੁਸੀਂ ਸ਼ਾਇਦ ਦੇਖੀ ਹੋਣੀ ਹੈ। ਤਾਂ ਆਰਟੀਕਲ 15 ਆਪਣਾ ਇਹਦੇ ਨਾਲ ਰਿਲੇਟਡ ਹੈ ਕਿ ਧਰਮ, ਨਸਲ, ਜਾਤ ਦੇ ਜਾਂ ਜਨਮ ਸਥਾਨ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਨਾ ਕੀਤਾ ਜਾਵੇ। ਠੀਕ ਹੈ, 16 ਆਰਟੀਕਲ ਦੇ ਵਿੱਚ ਕਹਿੰਦਾ ਕਿ ਲੋਕ ਰੋਜ਼ਗਾਰ ਦੇ ਮਾਮਲੇ ਵਿੱਚ ਅਵਸਰ ਦੀ ਸਮਾਨਤਾ, ਜਿਹੜੀ ਆਪਣੇ ਇੰਪਲੋਇਮੈਂਟ ਹੁੰਦੀ ਹੈ ਉਹਦੇ ਵਿੱਚ ਓਪਰਚੁਨਿਟੀ ਜਿਹੜੀ ਹੁੰਦੀ ਹੈ ਸਾਰਿਆਂ ਨੂੰ ਬਰਾਬਰ ਮਿਲੇ, ਸਾਰਿਆਂ ਨੂੰ ਬਰਾਬਰ ਹੱਕ ਮਿਲੇ। ਕਿਉਂਕਿ ਹੁਣ ਤੁਸੀਂ ਵੀ ਦੇਖ ਸਕਦੇ ਹੋ ਆਪਾਂ ਪੇਪਰ ਵਾਸਤੇ ਸਾਰੇ ਐਲੀਜੀਬਲ ਹੈ, ਸਾਰੇ ਪੇਪਰ ਦੇ ਸਕਦੇ ਆ। ਤਾਂ ਉਹੀ ਆਰਟੀਕਲ 16 ਆਪਾਂ ਨੂੰ ਇਹ ਆਪਣਾ ਮੂਲ ਅਧਿਕਾਰ ਹੈ ਆਪਣਾ ਇਹ। 17ਵੇਂ ਦੇ ਵਿੱਚ ਛੂਆ-ਛੂਤ ਦਾ ਅੰਤ, 18ਵੇਂ ਦੇ ਵਿੱਚ ਖਿਤਾਬਾਂ ਦਾ ਅੰਤ। ਇਹ 4 ਆਰਟੀਕਲ ਇਹਦੇ ਵਿੱਚ ਇੰਪੋਰਟੈਂਟ ਨੇ। ਠੀਕ ਹੈ ਜੀ, ਖਿਤਾਬਾਂ ਦਾ ਅੰਤ ਤੇ ਛੂਆ-ਛੂਤ ਦਾ ਅੰਤ। ਇਹ ਕੁਐਸਚਨ ਇੱਥੋਂ ਬਣੇ ਹੋਏ ਨੇ ਆਲਰੇਡੀ 15 ਤੋਂ ਵੀ, 18 ਤੋਂ ਵੀ, ਤੇ 17 ਤੋਂ ਨਹੀਂ ਬਣਿਆ ਸੀ, 15 ਤੇ 18 ਤੋਂ ਬਣੇ ਹੋਏ ਨੇ ਪਿਛਲੇ ਪੇਪਰਾਂ 'ਚ। ਠੀਕ ਹੈ ਜੀ, 5 ਆਰਟੀਕਲ ਹੋ ਗਏ ਇੱਥੋਂ। ਉਸ ਤੋਂ ਬਾਅਦ ਅਗਲੇ 5 ਸੁਤੰਤਰਤਾ ਦਾ ਅਧਿਕਾਰ। ਠੀਕ ਹੈ, ਰਾਈਟ ਟੂ ਫਰੀडम। ਇਹਦੇ ਵਿੱਚ ਬਸ 19ਵਾਂ ਯਾਦ ਰੱਖ ਲਓ, ਬੋਲਣ ਦੀ ਸੁਤੰਤਰਤਾ। ਠੀਕ ਹੈ, ਉਸ ਤੋਂ ਬਾਅਦ 21A ਊੜਾ, ਜਾਂ ਫਿਰ ਇਹਨੂੰ ਆਪਾਂ ਇੰਗਲਿਸ਼ 'ਚ 21A ਕਹਿ ਦਿੰਦੇ ਆ, ਰਾਈਟ ਟੂ ਐਜੂਕੇਸ਼ਨ, ਸਿੱਖਿਆ ਦਾ ਅਧਿਕਾਰ। ਠੀਕ ਹੈ, ਦੇਖ ਸਕਦੇ ਹੋ ਤੁਸੀਂ 5 ਨੇ, ਇਹਦੇ ਵਿੱਚ ਆਪਾਂ 2 ਯਾਦ ਰੱਖਣੇ ਨੇ ਮਤ। ਤੇ ਤੁਹਾਨੂੰ ਇਹ ਯਾਦ ਹੋਏਗਾ ਨਾ ਵੀ ਜਿਵੇਂ ਮੂਲ ਅਧਿਕਾਰ 12 ਤੋਂ 35 ਤੱਕ ਨੇ, ਤਾਂ ਤੁਹਾਨੂੰ ਉਹਦੇ ਵਿੱਚ ਜਿਹੜੇ ਆਪਸ਼ਨ ਹੋਣਗੇ ਉਹ ਵੀ 12 ਤੋਂ 35 ਦੇ ਵਿੱਚ ਹੀ ਮਿਲਣਗੇ। ਤਾਂ ਤੁਹਾਨੂੰ ਇਹ ਫਾਈਂਡ ਆਊਟ ਰੱਖਣਾ ਹੈ ਆਪਣਾ ਵੀ ਜਿਵੇਂ ਸਮਤਾ ਦਾ ਅਧਿਕਾਰ ਹੈ ਤਾਂ ਪਹਿਲੇ 5 ਆਰਟੀਕਲ ਨੇ 14 ਤੋਂ 18, ਇਹਨਾਂ ਦੇ ਵਿੱਚ ਵੀ ਕਿਸੇ ਇੱਕ ਵਿੱਚ ਹੋਏਗਾ ਤੇ ਉੱਥੇ ਇਦਾਂ ਦੇ ਆਪਸ਼ਨਸ ਦਿੱਤੇ ਹੋਣਗੇ ਤਾਂ ਤੁਸੀਂ ਇੱਥੇ ਤੱਕ ਪਹੁੰਚ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਸੁਤੰਤਰਤਾ ਦਾ ਅਧਿਕਾਰ ਆਪਾਂ ਦੇਖ ਲਿਆ। ਉਸ ਤੋਂ ਬਾਅਦ ਸ਼ੋਸ਼ਣ ਦੇ ਖਿਲਾਫ ਅਧਿਕਾਰ, ਤੁਸੀਂ ਦੇਖ ਸਕਦੇ ਹੋ ਅੱਗੇ 2 ਨੇ। ਆਰਟੀਕਲ 23 ਤੇ 24 ਆਪਾਂ ਨੂੰ ਸ਼ੋਸ਼ਣ ਵਿਰੁੱਧ ਅਧਿਕਾਰ ਬਾਰੇ ਦੱਸਦੇ ਨੇ। 2 ਆਰਟੀਕਲ ਨੇ ਇਹਦੇ ਵਿੱਚ। ਮਨੁੱਖ ਦੇ ਦੁਰਵਪਾਰ ਅਤੇ ਜਬਰੀ ਕਾਰ ਦੀ ਮਨਾਹੀ। ਠੀਕ ਹੈ, ਇਹਨੂੰ ਆਪਾਂ ਕਹਿ ਦਿੰਦੇ ਆ ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗ ਐਂਡ ਫੋਰਸਡ ਲੇਬਰ। ਜਿਹੜਾ ਹਿਊਮਨ ਟ੍ਰੈਫਿਕਿੰਗ ਹੁੰਦੀ ਹੈ, ਠੀਕ ਹੈ, ਤੇ ਜ਼ਬਰਦਸਤੀ ਜਿਹੜਾ ਕੰਮ ਕਰਾਉਂਦੇ ਨੇ ਜਾਂ ਮਨੁੱਖ ਨਾਲ ਦੁਰਵਪਾਰ ਕਰਦੇ ਨੇ, ਉਹਨਾਂ ਨਾਲ ਜਿਹੜਾ ਖਰੀਦ ਵੇਚ ਹੁੰਦੀ ਹੈ, ਟ੍ਰੈਫਿਕਿੰਗ ਕਹਿੰਦੇ ਉਹਨੂੰ ਆਪਾਂ ਇੰਗਲਿਸ਼ 'ਚ, ਉਹਨਾਂ ਦੀ ਮਨਾਹੀ ਕਰਦਾ ਹੈ। ਠੀਕ ਹੈ, ਇਹਨੂੰ ਆਪਾਂ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਹੈਡਿੰਗ ਦੇ ਅੰਦਰ ਆਉਂਦਾ ਹੈ। ਸ਼ੋਸ਼ਣ ਦੇ ਖਿਲਾਫ ਅਧਿਕਾਰ, ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਉਸ ਤੋਂ ਬਾਅਦ ਜਿਹੜੀ ਫੈਕਟਰੀਆਂ ਵਿੱਚ ਬੱਚਿਆਂ ਨੂੰ ਰੋਜ਼ਗਾਰ ਲਈ ਕੰਮ ਲਾਉਣ ਦੀ ਮਨਾਹੀ, ਉਹ 24 ਦੇ ਵਿੱਚ ਦੱਸਿਆ ਗਿਆ। ਇਹ 24ਵੇਂ ਤੋਂ ਵੀ ਕੁਐਸਚਨ ਬਣਿਆ ਹੋਇਆ। ਠੀਕ ਹੈ, 23 24 ਹੋ ਗਏ ਇੰਪੋਰਟੈਂਟ, ਸੁਪਰ ਇੰਪੋਰਟੈਂਟ ਕੁਐਸਚਨ। ਉਸ ਤੋਂ ਬਾਅਦ ਧਰਮ ਦੀ ਸੁਤੰਤਰਤਾ ਦਾ ਅਧਿਕਾਰ। ਠੀਕ ਹੈ, ਇਹਦੇ ਵਿੱਚ 4 ਨੇ 25 26 27 28। ਇਹਦੇ ਵਿੱਚ ਜਿਹੜਾ ਬਸ ਤੁਸੀਂ ਯਾਦ ਰੱਖ ਲਓ ਇਹਦੀ ਹੈਡਿੰਗ ਵੀ ਧਰਮ ਦੀ ਸੁਤੰਤਰਤਾ ਅਧਿਕਾਰ 25 ਤੋਂ 28 ਦੇ ਵਿੱਚ ਹੈ। ਬਸ ਹੋਰ ਕੁਝ ਯਾਦ ਰੱਖਣ ਦੀ ਲੋੜ ਨਹੀਂ ਇਹਦੇ ਵਿੱਚ। ਉਸ ਤੋਂ ਬਾਅਦ ਆਪਣਾ ਕੁਐਸਚਨ ਆਉਂਦਾ ਹੈ ਕਿ ਸੱਭਿਆਚਾਰਕ ਅਤੇ ਸਿੱਖਿਅਕ ਅਧਿਕਾਰ 29 30 ਤੇ 31। ਠੀਕ ਹੈ, ਇਹਦੇ ਵਿੱਚ ਬਸ ਇਹੀ ਯਾਦ ਰੱਖ ਲਓ ਕਿ ਸੱਭਿਆਚਾਰਕ ਅਤੇ ਸਿੱਖਿਅਕ ਅਧਿਕਾਰ 29 ਤੋਂ 31 ਤੱਕ ਹੈ। ਇਹਨੂੰ ਆਪਾਂ ਕਹਿ ਦਿੰਦੇ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਉਸ ਤੋਂ ਬਾਅਦ ਜਿਹੜਾ ਕੁਝ ਕਾਨੂੰਨਾਂ ਦੀ ਛੋਟ, ਇਹਨੂੰ ਯਾਦ ਰੱਖਣ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ 32ਵਾਂ ਸੰਵਿਧਾਨ ਮੋਸਟ ਇੰਪੋਰਟੈਂਟ। ਇਸ ਭਾਗ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਨੂੰ ਨਫਚ ਬਣਾਉਣ ਦੀ ਲਈ ਉਪਚਾਰ, ਜਾਂ ਤੁਸੀਂ ਇੱਕ ਇੰਗਲਿਸ਼ 'ਚ ਵਰਡ ਸੁਣਿਆ ਹੋਣਾ ਕਨਸਟੀਟਿਊਸ਼ਨਲ ਰੈਮੀਡੀਜ਼। ਕਨਸਟੀਟਿਊਸ਼ਨਲ ਰੈਮੀਡੀਜ਼ ਤੁਸੀਂ ਸੁਣਿਆ ਹੋਇਆ, ਇਹ ਪੇਪਰ 'ਚ ਆਇਆ ਵੀ ਹੋਇਆ 32ਵਾਂ। ਇਹ ਜਿਹੜਾ BR ਅੰਬੇਡਕਰ ਨੇ ਸਾਹਿਬ ਨੇ ਜਿਹੜੇ, ਉਹਨਾਂ ਨੇ ਇਸ ਨੂੰ ਸੰਵਿਧਾਨ ਦਾ ਜਿਹੜਾ ਹਾਰਟ ਐਂਡ ਸੋਲ ਕਿਹਾ, ਦਿਲ ਅਤੇ ਆਤਮਾ। 32 ਜਿਹੜਾ ਬਹੁਤ ਇੰਪੋਰਟੈਂਟ ਹੈ, ਸੁਪਰ ਇੰਪੋਰਟੈਂਟ। ਠੀਕ ਹੈ, ਸੰਵਿਧਾਨ ਉਪਚਾਰਾਂ ਦਾ ਅਧਿਕਾਰ, ਕਨਸਟੀਟਿਊਸ਼ਨਲ ਰੈਮੀਡੀਜ਼। ਠੀਕ ਹੈ, ਤੁਸੀਂ ਇੱਥੋਂ ਇੱਕ ਯਾਦ ਰੱਖਣਾ ਹੈ। ਤਾਂ ਤੁਸੀਂ ਦੇਖ ਲਿਆ ਇਹਦੇ ਵਿੱਚ 12 ਤੋਂ 35 ਦੇ ਵਿੱਚ ਆਪਾਂ ਕਿੰਨੇ ਯਾਦ ਕੀਤੇ? ਇੱਕ 32ਵਾਂ ਆਰਟੀਕਲ ਇੰਪੋਰਟੈਂਟ ਹੈ। ਠੀਕ ਹੈ, ਉਸ ਤੋਂ ਬਾਅਦ 29 ਤੋਂ 31 ਚ ਸੱਭਿਆਚਾਰਕ ਤੇ ਸਿੱਖਿਅਕ ਅਧਿਕਾਰ ਹੈ। 25 ਤੋਂ 28 ਦੇ ਵਿੱਚ ਧਰਮ ਦੀ ਸੁਤੰਤਰਤਾ ਅਧਿਕਾਰ। ਬਸ ਆਪਾਂ ਨੇ ਨਾ ਯਾਦ ਰੱਖਣਾ 25 ਤੋਂ 28 ਦੇ ਵਿੱਚ ਧਾਰਮਿਕ ਸੁਤੰਤਰਤਾ, ਰਿਲੀਜੀਅਸ ਫਰੀडम। ਉਸ ਤੋਂ ਬਾਅਦ ਸ਼ੋਸ਼ਣ ਦੇ ਖਿਲਾਫ ਅਧਿਕਾਰ 23 ਤੇ 24 2। ਇਹ ਤਾਂ ਤੁਹਾਨੂੰ ਯਾਦ ਹੀ ਹੋਣਗੇ, ਤੁਸੀਂ ਕਾਫੀ ਸੁਣੇ ਹੋਣੇ ਆ।
ਥੋੜਾ ਆਪਣੇ ਆਸ-ਪਾਸ ਆਪਾਂ ਕਾਫੀ ਦੇਖਦੇ ਹਾਂ। ਇੱਥੋਂ ਇਹ ਸੁਪਰ ਇੰਪੋਰਟੈਂਟ ਹੈ 21 ਨੰਬਰ 21A ਸਿੱਖਿਆ ਦਾ ਅਧਿਕਾਰ, ਠੀਕ ਹੈ। ਇੱਥੋਂ ਬਹੁਤ ਕੁਐਸਚਨ ਬਣਦਾ ਤੇ ਪਹਿਲੇ 4 ਤਾਂ ਇੰਪੋਰਟੈਂਟ ਹੀ ਨੇ, 15 ਤੋਂ 18 ਤੱਕ ਯਾਦ ਕਰ ਲਓ, ਠੀਕ ਹੈ। ਇਹਨੂੰ ਯਾਦ ਰੱਖਣ ਲਈ ਤੁਹਾਨੂੰ ਦੱਸਦਾ, ਭਾਗ ਤੀਜਾ ਮੂਲ ਅਧਿਕਾਰ 12 ਤੋਂ 35, 5 5 2 4 2 4, ਤੇ ਇਹਨੂੰ ਆਪਾਂ ਇਦਾਂ ਡਿਵਾਈਡ ਕਰਕੇ ਜਿਹੜਾ ਪੜ੍ਹ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਨੈਕਸਟ ਆ ਜਾਂਦੇ ਹਾਂ। ਇਹਨੂੰ 1-2 ਵਾਰੀ ਪੜ੍ਹੋਗੇ ਤਾਂ ਤੁਹਾਨੂੰ ਸਮਝ ਆਉਣ ਲੱਗ ਜਾਏਗਾ। ਬਾਕੀ ਕੁਝ ਆਪਾਂ ਸੁਣੇ ਹੋਏ ਨੇ, ਕੁਝ ਤਾਂ ਉਹ ਤਾਂ ਪਹਿਲਾਂ ਹੀ ਯਾਦ ਰਹਿੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਭਾਗ ਚੌਥਾ ਪਾਰਟ 4 ਰਾਜ ਦੀ ਨੀਤੀ ਤੇ ਨਿਰਦੇਸ਼ਕ ਸਿਧਾਂਤ, ਇਹਨੂੰ ਆਪਾਂ ਜਿਹੜਾ ਇੰਗਲਿਸ਼ 'ਚ ਕਹਿੰਦੇ ਆਪਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, DPSP ਸੁਣਿਆ ਹੋਣਾ ਤੁਸੀਂ, ਠੀਕ ਹੈ। ਰਾਜ ਦੀ ਨੀਤੀ ਤੇ ਨਿਰਦੇਸ਼ਕ ਸਿਧਾਂਤ, ਇਹਨਾਂ ਵਿੱਚੋਂ ਇਹ ਜਿਹੜੇ ਆਰਟੀਕਲ ਨੇ ਆਪਣੇ 36 ਤੋਂ 51 ਤੱਕ ਨੇ, ਠੀਕ ਹੈ। ਤੇ 36 ਤੋਂ 51 ਦੇ ਵਿੱਚ ਜਿਹੜੇ ਇੰਪੋਰਟੈਂਟ ਸੁਪਰ ਇੰਪੋਰਟੈਂਟ ਯਾਦ ਰੱਖਣ ਵਾਲੇ ਨੇ ਉਹ ਮੈਂ ਤੁਹਾਨੂੰ ਦੱਸਦਾ। ਆਰਟੀਕਲ ਨੰਬਰ 38 ਯਾਦ ਰੱਖ ਲਿਓ, ਰਾਜ ਦਾ ਲੋਕ ਭਲਾਈ ਦੀ ਤਰੱਕੀ ਲਈ ਸਮਾਜਿਕ ਵਿਵਸਥਾ ਪ੍ਰਾਪਤ ਕਰਾਉਣਾ, ਇੱਕ ਤਾਂ ਇਹ ਇੰਪੋਰਟੈਂਟ ਹੈ। ਉਸ ਤੋਂ ਬਾਅਦ 39A 39 ਊੜਾ ਸਮਾਨ ਨਿਆਂ ਤੇ ਮੁਫਤ ਕਾਨੂੰਨੀ ਸਹਾਇਤਾ, ਇਹਨੂੰ ਆਪਾਂ ਇੰਗਲਿਸ਼ 'ਚ ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ ਵੀ ਕਹਿ ਦਿੰਦੇ ਆ। ਇਹ ਡਾਇਰੈਕਟ ਕੁਐਸਚਨ ਬਣਦੇ ਨੇ ਕਿ 39O ਦੇ ਵਿੱਚ ਜਾਂ ਊੜਾ ਦੇ ਵਿੱਚ 39A ਦੇ ਵਿੱਚ ਕਿਹੜੇ ਮਤਲਬ ਥੱਲੇ ਨਿਮਨਲਿਖਤ ਵਿੱਚੋਂ ਕਿਹੜਾ ਆਰਟੀਕਲ ਇਹਦੇ ਨਾਲ ਰਿਲੇਟਡ ਹੈ, ਠੀਕ ਹੈ। ਉਸ ਤੋਂ ਬਾਅਦ 40ਵਾਂ ਜੋ ਬਹੁਤ ਇੰਪੋਰਟੈਂਟ ਹੈ, ਪਿੰਡ ਪੰਚਾਇਤਾਂ ਦਾ ਸੰਗਠਨ, ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ, ਤਾਂ 40ਵਾਂ ਇੰਪੋਰਟੈਂਟ ਹੋ ਗਿਆ। ਉਸ ਤੋਂ ਬਾਅਦ 41ਵਾਂ ਰਾਈਟ ਟੂ ਵਰਕ, ਕੰਮ ਸਿੱਖਿਆ ਤੇ ਕੁਝ ਸ਼ਰਤਾਂ ਲਈ ਲੋਕ ਸਹਾਇਤਾ ਪਾਉਣ ਦਾ ਅਧਿਕਾਰ, ਠੀਕ ਹੈ। ਰਾਈਟ ਟੂ ਵਰਕ ਐਜੂਕੇਸ਼ਨ ਪਬਲਿਕ ਅਸਿਸਟੈਂਸ ਇਨ ਸਰਟਨ ਕੇਸਿਸ। ਉਸ ਤੋਂ ਬਾਅਦ ਆਰਟੀਕਲ ਨੰਬਰ 44 ਇੰਪੋਰਟੈਂਟ ਹੈ। ਇਹ ਉਹੀ ਆਰਟੀਕਲਸ ਨੇ ਜਿੱਥੋਂ ਕੁਐਸਚਨ ਆਲਰੇਡੀ ਬਣੇ ਹੋਏ ਆ ਤੇ ਇੱਥੋਂ ਹੀ ਬਣਨੇ ਆ। ਨਾਗਰਿਕਤਾ ਲਈ ਇਕਸਾਰ ਦੀਵਾਨੀ ਸੰਗਤਾ, ਇਹਨੂੰ ਆਪਾਂ ਯੂਨੀਫਾਰਮ ਸਿਵਲ ਕੋਡ ਵੀ ਕਹਿ ਦਿੰਦੇ ਆ ਇੰਗਲਿਸ਼ 'ਚ, ਯੂਨੀਫਾਰਮ ਸਿਵਲ ਕੋਡ, ਨਾਗਰਿਕਾਂ ਲਈ ਇਕਸਾਰ ਦੀਵਾਨੀ ਸੰਗਤਾ। ਉਸ ਤੋਂ ਬਾਅਦ ਜਿਹੜੇ ਇੰਪੋਰਟੈਂਟ ਨੇ 49 50 51, ਇਹਨਾਂ ਵਿੱਚ ਕੀ ਆਪਾਂ ਦੇਖ ਲੈਂਦੇ ਹਾਂ। ਕੌਮੀ ਮਹੱਤਤਾ ਦੀਆਂ ਯਾਦਗਾਰਾਂ ਤੇ ਸਥਾਨਾਂ ਤੇ ਚੀਜ਼ਾਂ ਦੀ ਹਿਫਾਜ਼ਤ, ਜਿਹੜੀਆਂ ਆਪਣੀਆਂ ਮਤਲਬ ਮੋਨੂਮੈਂਟਸ ਹੁੰਦੇ ਆ, ਜਿਹੜੇ ਸਪੈਸ਼ਲ ਪਲੇਸਿਸ ਹੁੰਦੇ ਆ ਆਪਣੇ ਹਿਸਟਰੀ ਨਾਲ ਰਿਲੇਟਡ, ਠੀਕ ਹੈ, ਜਿੱਥੇ ਨਾਲ ਮਤਲਬ ਆਪਣਾ ਇਤਿਹਾਸ ਜੁੜਿਆ ਹੋਇਆ, ਉਹਨਾਂ ਦੀ ਸਹਾਇਤਾ ਮਤਲਬ ਉਹਨਾਂ ਦੀ ਹਿਫਾਜ਼ਤ ਕਰਨੀ ਆਪਾਂ। ਕਾਰਜਪਾਲਿਕਾ ਅਤੇ ਲੋਕ ਨਿਆਂਪਾਲਿਕਾ ਦਾ ਵਖਰਾਓ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ, ਕਿ ਜਿਹੜਾ ਆਪਣਾ ਨਿਆਈ ਵਿਵਸਥਾ ਜਿਹੜੀ ਹੈ, ਜੱਜ ਵਗੈਰਾ ਮਤਲਬ ਹਾਈ ਕੋਰਟ, ਇਹਨਾਂ ਦੇ ਇਹ ਜਿਹੜਾ ਹੈਗਾ ਆਪਣੇ ਅਫਸਰ ਜਿਹੜੇ ਅਫਸਰਸ਼ਾਹੀ ਹੁੰਦੀ ਹੈ ਉਹਨਾਂ ਤੋਂ ਅਲੱਗ ਹੋਵੇ, ਇਹਨਾਂ ਦੋਨਾਂ ਦਾ ਆਪਸ ਵਿੱਚ ਕਿਸੇ ਤੇ ਡਿਪੈਂਡ ਨਾ ਰਹਿਣ, ਇਹ ਉਹ ਆਪਣਾ ਕੰਮ ਕਰਦੇ ਨੇ ਵੱਖਰੇ, ਠੀਕ ਹੈ, ਪੂਰੇ ਇੰਡੀਪੈਂਡੈਂਟ, ਤੇ ਇਹ ਆਪਣਾ ਕੰਮ ਕਰਦੇ ਨੇ, ਠੀਕ ਹੈ। ਉਸ ਤੋਂ ਬਾਅਦ ਕੌਮਾਂਤਰੀ ਸ਼ਾਂਤੀ ਲਈ ਸੁਰੱਖਿਆ ਦੀ ਤਰੱਕੀ, ਪ੍ਰਮੋਸ਼ਨ ਆਫ ਇੰਟਰਨਲ ਪੀਸ ਐਂਡ ਸਿਕਿਉਰਿਟੀ, ਤਾਂ ਇਹ 36 ਤੋਂ 51 ਦੇ ਵਿੱਚ ਤੁਸੀਂ ਦੇਖ ਲਓ ਕਿੰਨੇ ਇੰਪੋਰਟੈਂਟ ਨੇ ਆਪਣੇ ਵਾਸਤੇ। 1 2 3 4 5 ਤੇ 6 7 8 ਆਰਟੀਕਲ ਤੁਹਾਨੂੰ ਦੱਸੇ ਨੇ, ਠੀਕ ਹੈ। ਇਹਦੇ ਵਿੱਚੋਂ ਵੀ ਤੁਹਾਨੂੰ ਜਿੰਨੇ ਯਾਦ ਹੋ ਸਕਣ ਤੁਸੀਂ ਉਹਨੇ ਯਾਦ ਕਰਿਓ, ਤੇ ਸਾਰਾ ਪੜ੍ਹਨ ਦੀ ਜੇ ਸਾਰਾ ਯਾਦ ਰੱਖਣ ਤੇ ਜਾਓਗੇ ਤਾਂ ਜਿੰਨਾ ਕੁ ਯਾਦ ਰੱਖ ਪਾਓਗੇ ਉਹ ਵੀ ਭੁੱਲ ਜਾਓਗੇ, ਠੀਕ ਹੈ। ਤਾਂ ਉਸ ਤੋਂ ਬਾਅਦ ਆਪਣਾ ਆਂਦਾ ਭਾਗ ਚੌਥਾ ਊੜਾ, ਜਾਂ ਇਹਨੂੰ ਕਹਿ ਦਿੰਦੇ ਆਪਾਂ ਪਾਰਟ 4A, ਇਹਦੇ ਵਿੱਚ ਆਂਦੀ ਹੈ ਮੂਲ ਕਰਤੱਵ ਆਪਣੇ, ਫੰਡਾਮੈਂਟਲ ਡਿਊਟੀਜ਼। ਮੂਲ ਕਰਤੱਵ ਕਿੰਨੇ ਨੇ ਆਪਣੇ 11, ਠੀਕ ਹੈ। ਬਸ ਆਪਾਂ ਨੂੰ ਇਹ ਯਾਦ ਰੱਖਣਾ ਕਿ 51 ਊੜੇ ਦੇ ਵਿੱਚ ਜਾਂ 51A ਦੇ ਵਿੱਚ ਜਿਹੜਾ ਹੈਗਾ ਫੰਡਾਮੈਂਟਲ ਡਿਊਟੀਜ਼ ਨੇ, ਮੂਲ ਕਰਤੱਵ ਨੇ ਆਪਣੇ, ਠੀਕ ਹੈ। ਬਸ ਇੱਥੇ ਤੱਕ ਆਪਣਾ ਇਹ ਸਮਾਪਤ ਹੋ ਜਾਂਦਾ। 4 ਪਾਰਟ ਆਪਾਂ ਇੱਥੇ ਤੱਕ ਡਿਸਕਸ ਕਰ ਲਏ ਨੇ। ਹੁਣ ਆਪਣਾ ਪਾਰਟ 5ਵਾਂ ਆਂਦਾ, ਠੀਕ ਹੈ। ਪਾਰਟ 5ਵੇਂ ਦੇ ਵਿੱਚ ਜਿਹੜੇ ਨੇ 5 ਚੈਪਟਰ ਨੇ, ਠੀਕ ਹੈ। ਔਰ ਅੱਜ ਦੇਖ ਸਕਦੇ ਤੁਸੀਂ ਅਧਿਆਇ ਪਹਿਲੇ ਦੇ ਵਿੱਚ ਆਂਦਾ ਕਾਰਜਪਾਲਿਕਾ, ਸੁਪਰ ਇੰਪੋਰਟੈਂਟ ਹੈ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ। ਇਹਦੇ ਵਿੱਚ ਕਿਹੜੇ ਆਰਟੀਕਲ ਇੰਪੋਰਟੈਂਟ ਨੇ ਮੈਂ ਤੁਹਾਨੂੰ ਦੱਸਦਾ। 52 ਦੇਖੋ, 52 ਦੇ ਵਿੱਚ ਕਹਿੰਦੇ ਨੇ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਣਾ ਚਾਹੀਦਾ ਹੈ, ਬਹੁਤ ਇੰਪੋਰਟੈਂਟ ਆਰਟੀਕਲ ਹੈ, ਠੀਕ ਹੈ। ਉਸ ਤੋਂ ਬਾਅਦ 54 ਦੇ ਵਿੱਚ ਰਾਸ਼ਟਰਪਤੀ ਦੀ ਚੋਣ ਕਿਵੇਂ ਹੋਏਗੀ ਉਹਦੇ ਬਾਰੇ ਦੱਸਿਆ ਗਿਆ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਇਹਨਾਂ ਦੀ ਜਿਹੜੀ ਆਰਟੀਕਲ 61 ਰਾਸ਼ਟਰਪਤੀ ਦੀ ਮਹਾਦੋਸ਼ ਦਾ ਜਾਬਤਾ, ਮਤਲਬ ਕਿ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ, ਇਹ ਰਾਸ਼ਟਰਪਤੀ ਨੂੰ ਜਦੋਂ ਰਿਮੂਵ ਕਰਦੇ ਨੇ ਤਾਂ ਉਹਦੀ ਕੀ ਪ੍ਰਕਿਰਿਆ ਹੁੰਦੀ ਹੈ ਉਹ ਇਹਦੇ ਵਿੱਚ ਦੱਸਿਆ ਗਿਆ 61 ਦੇ ਵਿੱਚ, ਤਾਂ ਠੀਕ ਹੈ। ਰਾਸ਼ਟਰਪਤੀ ਨਾਲ ਰਿਲੇਟਡ ਇਹ 3 ਯਾਦ ਰੱਖ ਲਿਓ। ਉਸ ਤੋਂ ਬਾਅਦ 63 ਦੇ ਵਿੱਚ ਆਂਦਾ ਕਿ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਣਾ ਚਾਹੀਦਾ ਹੈ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ। ਤੇ ਵਾਈਸ ਪ੍ਰੈਜ਼ੀਡੈਂਟ ਹੀ ਹੈ ਜਿਹੜਾ ਆਪਣੇ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਇਹ ਵੀ ਗੱਲ ਲਿਖੀ ਗਈ ਹੈ 64 ਦੇ ਵਿੱਚ, ਉਪ ਰਾਸ਼ਟਰਪਤੀ ਦੇ ਅਹੁਦੇ ਕਾਰਨ ਕਾਰਜ ਸਭਾ ਦਾ ਸਭਾਪਤੀ ਹੋਣਾ, ਠੀਕ ਹੈ, ਬਹੁਤ ਇੰਪੋਰਟੈਂਟ ਨੇ 63 64। ਉਸ ਤੋਂ ਬਾਅਦ ਇੰਪੋਰਟੈਂਟ ਆਂਦਾ ਜੀ 72, ਇਹਦੇ ਵਿੱਚ ਦੱਸਿਆ ਗਿਆ ਹੈ ਪਾਵਰ ਆਫ ਪ੍ਰੈਜ਼ੀਡੈਂਟ ਟੂ ਗ੍ਰੇਟ ਪਾਰਡਨ, ਕੁਝ ਸ਼ਰਤਾਂ ਵਿੱਚ ਰਾਸ਼ਟਰਪਤੀ ਦੀ ਮਾਫੀਆਂ ਆਦਿ ਦੇਣ ਲਈ ਦੰਡਾਂ ਨੂੰ ਮੁਅੱਤਲ ਕਰਨਾ, ਛੋਟ ਜਾਂ ਫਿਰ ਨਰਮਾਉਣ ਦੀ ਸ਼ਕਤੀ, ਮਤਲਬ ਕਿ ਜੋ ਉਹਦੇ ਵਿੱਚ
ਕਿਸੇ ਕ੍ਰਿਮੀਨਲ ਨੂੰ ਸਜ਼ਾ ਮਿਲੀ ਸੁਪਰੀਮ ਕੋਰਟ ਤੋਂ ਹਾਈ ਕੋਰਟ ਤੋਂ, ਰਾਸ਼ਟਰਪਤੀ ਕੋਲ ਰਾਈਟਸ ਨੇ ਕਿ ਉਹ ਸਜ਼ਾ ਨੂੰ ਘੱਟ ਕਰ ਸਕਦਾ ਹੈ। ਜੇ ਮੌਤ ਦੀ ਸਜ਼ਾ ਮਿਲੀ ਹੈ ਤਾਂ ਉਹਨੂੰ ਸਿਰਫ ਪੂਰੀ ਉਮਰ ਦੀ ਸਜ਼ਾ ਕਰ ਸਕਦਾ ਹੈ, ਉਹਦੀ ਸਜ਼ਾ ਘਟਾ ਸਕਦਾ ਹੈ, ਮਾਫੀ ਵੀ ਦੇ ਸਕਦਾ ਉਹਨੂੰ, ਠੀਕ ਹੈ। ਤਾਂ ਰਾਸ਼ਟਰਪਤੀ ਕੋਲ ਸਾਰੇ ਰਾਈਟਸ ਨੇ। ਉਸ ਤੋਂ ਬਾਅਦ ਆਰਟੀਕਲ ਜਿਹੜਾ ਸੁਪਰ ਇੰਪੋਰਟੈਂਟ ਹੈ, ਆਰਟੀਕਲ ਹੈਗਾ 76 ਕਿ ਭਾਰਤ ਦਾ ਅਟਾਰਨੀ ਜਨਰਲ ਹੋਣਾ ਚਾਹੀਦਾ ਹੈ, ਅਟਾਰਨੀ ਜਨਰਲ, ਠੀਕ ਹੈ ਨਾ ਜੀ। ਤੇ ਇੱਕ ਇੱਥੋਂ ਯਾਦ ਰੱਖ ਸਕਦੇ ਹੋ ਤਾਂ ਆ ਕਰ ਲਿਓ ਕਿ ਰਾਸ਼ਟਰਪਤੀ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ ਮੰਤਰੀ ਪਰਿਸ਼ਦ, ਕਾਉਂਸਿਲ ਆਫ ਮਿਨਿਸਟਰ ਹੁਣ ਸੁਣਿਆ ਹੋਣਾ ਨਾ ਤੁਸੀਂ, ਤਾਂ ਉਹ ਰਾਸ਼ਟਰਪਤੀ ਨੂੰ ਸਹਾਇਤਾ ਦੇਣ ਲਈ ਜਿਹੜਾ ਸਲਾਹ ਦੇਣ ਲਈ ਮੰਤਰੀ ਹੁੰਦੇ ਨੇ, ਉਹ 74 ਦੇ ਵਿੱਚ ਆਰਟੀਕਲ, ਠੀਕ ਹੈ। ਤਾਂ ਜਿਹੜਾ ਆਪਣੇ ਪਾਰਟ 5 ਦੇ ਵਿੱਚ ਇੰਨੇ ਆਰਟੀਕਲ ਇੰਪੋਰਟੈਂਟ ਨੇ, ਪਾਰਟ 5 ਮਤਲਬ ਭਾਗ ਚੌਥਾ, ਸੌਰੀ ਪੰਜਵਾਂ, ਠੀਕ ਹੈ। ਤੁਹਾਨੂੰ ਮੈਂ ਇੰਨੇ ਸਾਰੇ ਦੱਸਤੇ, ਇਹਦੇ ਵਿੱਚੋਂ ਬਹੁਤ ਸੁਪਰ ਇੰਪੋਰਟੈਂਟ ਨੇ ਇਹ, ਕਿ ਕੋਈ ਵੀ ਆਰਟੀਕਲ ਛੱਡਣ ਵਾਲਾ ਨਹੀਂ ਹੈਗਾ। ਜਿਨ੍ਹਾਂ ਨੇ ਪਹਿਲੇ ਐਗਜ਼ਾਮ ਦਿੱਤੇ ਨੇ ਸਾਰੇ ਪੁੱਛੇ ਜਾ ਚੁੱਕੇ ਨੇ ਆਲਰੇਡੀ, ਭਾਰਤ ਦੇ ਰਾਸ਼ਟਰਪਤੀ ਤੋਂ ਪੁੱਛਿਆ ਜਾ ਚੁੱਕਿਆ, ਰਾਸ਼ਟਰਪਤੀ ਚੋਣ, ਠੀਕ ਹੈ। ਤੇ ਅਧਿਆਇ ਪਹਿਲਾ ਜਾਣੀ ਕਿ ਪਾਰਟ ਚੈਪਟਰ ਪਹਿਲਾ ਪਾਰਟ 5 ਦਾ, ਯੂਨੀਅਨ ਦਾ, ਸੰਘ ਦਾ, ਠੀਕ ਹੈ। ਇਹਦੇ ਵਿੱਚ ਰਾਸ਼ਟਰਪਤੀ ਤੁਹਾਨੂੰ ਪਤਾ ਇਸ ਟਾਈਮ ਕੌਣ ਨੇ, ਸ਼੍ਰੀ ਰਾਮਨਾਥ ਕੋਵਿੰਦ, ਠੀਕ ਹੈ। ਰਾਸ਼ਟਰਪਤੀ ਚੋਣ ਦੱਸਦਾ ਤੁਹਾਨੂੰ 54 ਦੇ ਵਿੱਚ, ਕਾਰਡ ਦੇ ਵਿੱਚ ਇੰਪੀਚਮੈਂਟ ਹੋ ਗਈ, ਰਾਸ਼ਟਰਪਤੀ ਦਾ ਮਹਾਦੋਸ਼। ਉਸ ਤੋਂ ਬਾਅਦ ਉਪ ਰਾਸ਼ਟਰਪਤੀ ਕੌਣ ਨੇ, ਐਮ ਵੈਂਕਈਆ ਨਾਇਡੂ ਜੀ ਨੇ, ਠੀਕ ਹੈ। ਤੇ ਰਾਜ ਸਭਾ ਦੇ ਚੇਅਰਮੈਨ ਪੁੱਛਣ ਤੇ ਐਕਸ ਅਫੀਸ਼ੀਓ ਚੇਅਰਮੈਨ ਪੁੱਛਣ, ਸੇਮ ਆਨਸਰ ਹੈ ਐਮ ਵੈਂਕਈਆ ਨਾਇਡੂ। ਤੇ ਡਿਪਟੀ ਚੇਅਰਮੈਨ ਪੁੱਛਣ ਜੇ ਰਾਜ ਸਭਾ ਦਾ ਤਾਂ ਉਹ ਹਰੀਵੰਸ਼ ਨਾਰਾਇਣ ਸਿੰਘ, ਠੀਕ ਹੈ ਜੀ। ਉਪ ਰਾਸ਼ਟਰਪਤੀ ਹੋ ਗਿਆ ਤੁਹਾਡਾ 63 ਦੇ ਵਿੱਚ। ਤੁਸੀਂ ਇਦਾਂ ਹੀ ਯਾਦ ਰੱਖ ਲਿਓ ਇਹਨੂੰ ਕਿ 52 ਤੋਂ ਜਿਹੜਾ ਹੈਗਾ 62 ਦੇ ਵਿੱਚ ਆਪਣੇ ਪ੍ਰੈਜ਼ੀਡੈਂਟ ਸਾਹਿਬ ਨੇ, ਠੀਕ ਹੈ। ਤੇ 52 ਦੇ ਵਿੱਚ ਹੋ ਗਿਆ ਵੀ ਰਾਸ਼ਟਰਪਤੀ ਹੋਣੇ ਚਾਹੀਦੇ ਆ। 54 ਦੇ ਵਿੱਚ ਕਿ ਆਪਣੇ ਰਾਸ਼ਟਰਪਤੀ ਦੀ ਚੋਣ, ਇਲੈਕਸ਼ਨ ਆਫ ਰਾਸ਼ਟਰਪਤੀ। ਤੇ 61 ਯਾਦ ਰੱਖ ਲਿਓ, ਬਸ 3 ਆਰਟੀਕਲ ਯਾਦ ਰੱਖਣ ਵਾਲੇ। 61 ਹੋ ਗਿਆ ਕਿ ਇੰਪੀਚਮੈਂਟ, ਰਾਸ਼ਟਰਪਤੀ ਦੀ ਮਹਾਦੋਸ਼ ਦਾ ਜਾਬਤਾ, ਠੀਕ ਹੈ। ਉਸ ਤੋਂ ਬਾਅਦ ਉਪ ਰਾਸ਼ਟਰਪਤੀ ਹੋ ਗਿਆ 63 ਦੇ ਵਿੱਚ, ਉਪ ਰਾਸ਼ਟਰਪਤੀ 3 ਛੱਡ ਕੇ 66 ਦੇ ਵਿੱਚ ਇਲੈਕਸ਼ਨ ਵਾਈਸ ਪ੍ਰੈਜ਼ੀਡੈਂਟ ਦੀ, ਠੀਕ ਹੈ। ਉਸ ਤੋਂ ਬਾਅਦ 76 ਸੁਪਰ ਇੰਪੋਰਟੈਂਟ ਆ, ਯਾਦ ਰੱਖਿਓ। ਭਾਰਤ ਦਾ ਅਟਾਰਨੀ ਜਨਰਲ ਕੌਣ ਨੇ ਇਸ ਟਾਈਮ, ਕੇ ਵੇਣੂਗੋਪਾਲ। ਤੇ ਜੇ ਸੋਲੀਸੀਟਰ ਜਨਰਲ ਪੁੱਛਣ ਤਾਂ ਤੁਸ਼ਾਰ ਮਹਿਤਾ, ਠੀਕ ਹੈ। ਇੱਥੇ ਤੱਕ ਆਪਣਾ ਅਧਿਆਇ ਪਹਿਲਾ ਖਤਮ ਹੋ ਜਾਂਦਾ ਹੈ। ਹੁਣ ਅਧਿਆਇ ਦੂਜਾ ਆ ਗਿਆ ਸੰਸਦ, ਜਿਹਨੂੰ ਪਾਰਲੀਮੈਂਟ ਕਹਿੰਦੇ ਆਪਾਂ, ਠੀਕ ਹੈ। ਪਾਰਲੀਮੈਂਟ ਦੇ ਵਿੱਚ ਜਿਹੜਾ ਇੰਪੋਰਟੈਂਟ ਆਰਟੀਕਲ ਹੈ 79, 80, 81 ਦਾ ਤੁਹਾਨੂੰ ਯਾਦ ਰੱਖਣ ਦੀ ਲੋੜ ਹੀ ਨਹੀਂ, ਆਰਾਮ ਨਾਲ ਯਾਦ ਰਹੇਗਾ। 79, 80, 81। ਪਹਿਲੇ 79 ਦੇ ਵਿੱਚ ਸੰਸਦ ਦਾ ਗਠਨ, ਮਤਲਬ ਕਿ ਪਾਰਲੀਮੈਂਟ ਹੋਣੀ ਚਾਹੀਦੀ ਹੈ ਆਪਣੇ ਸੰਵਿਧਾਨ ਦੇ ਅਕੋਰਡਿੰਗ, ਤੇ ਰਾਜ ਸਭਾ, ਠੀਕ ਹੈ। ਕਾਉਂਸਿਲ ਆਫ ਮਿਨਿਸਟਰਸ ਜਿਹੜੀ ਹੁੰਦੀ ਹੈ, ਕਾਉਂਸਿਲ ਆਫ ਸਟੇਟਸ, ਠੀਕ ਹੈ। ਉਸ ਤੋਂ ਬਾਅਦ ਲੋਕ ਸਭਾ, ਹਾਊਸ ਆਫ ਪੀਪਲ। ਤਾਂ ਇਹ ਤਿੰਨ ਤਾਂ ਤੁਸੀਂ ਯਾਦ ਰੱਖਣੇ ਹੀ ਨੇ, ਠੀਕ ਹੈ। ਲੋਕ ਸਭਾ ਨੂੰ 80 ਦੇ ਵਿੱਚ ਨਾ ਲਿਖ ਦਿਓ, ਕਿਉਂਕਿ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਲੋਕ ਸਭਾ ਵੱਡੀ ਹੈ ਤਾਂ ਆਪਾਂ 80 'ਚ ਲਿਖ ਦਿੰਦੇ ਹਾਂ, ਰਾਜ ਸਭਾ 'ਚ ਘੱਟ ਬੰਦੇ ਹੁੰਦੇ, ਫਿਰ ਰਾਜ ਸਭਾ ਥੱਲੇ ਨਹੀਂ। ਰਾਜ ਸਭਾ ਉੱਪਰਲੀ ਪੋਜੀਸ਼ਨ ਹੈ ਤਾਂ 80 ਦੇ ਵਿੱਚ ਰੱਖਾਂਗੇ, 81 ਦੇ ਵਿੱਚ ਲੋਕ ਸਭਾ, ਠੀਕ ਹੈ। 79, 80, 81 ਇਹਦੇ ਵਿੱਚ ਤਾਂ ਤੁਹਾਨੂੰ ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਆਰਟੀਕਲ 85 ਦੀ। 85 ਦੇ ਵਿੱਚ ਹੈਗਾ ਸੰਸਦ ਦੇ ਇਜਲਾਸ ਉਠਾ ਦੇਣ ਅਤੇ ਤੁੜਾਓ, ਜਾਂ ਫਿਰ ਇਹਨੂੰ ਆਪਾਂ ਕਹਿ ਦਿੰਦੇ ਹਾਂ 85 ਦੇ ਵਿੱਚ ਸੈਸ਼ਨ ਆਫ ਪਾਰਲੀਮੈਂਟ। ਤੁਸੀਂ ਸੁਣੇ ਹੋਣੇ ਸੈਸ਼ਨ ਹੁੰਦੇ ਆ ਆਪਣੇ ਪਾਰਲੀਮੈਂਟ 'ਚ, ਕਿਹੜੇ ਕਿਹੜੇ ਸੈਸ਼ਨ ਹੁੰਦੇ ਨੇ ਜੀ? ਬਜਟ ਹੁੰਦਾ, 3 ਸੈਸ਼ਨ ਹੁੰਦੇ ਨੇ, ਬਜਟ ਹੁੰਦਾ, ਮੌਨਸੂਨ ਹੁੰਦਾ ਤੇ ਵਿੰਟਰ ਸੈਸ਼ਨ ਹੁੰਦਾ। ਜਿੱਦਾਂ ਇਹਨਾਂ ਦੇ ਨਾਮ ਨੇ, ਬਜਟ ਸਭ ਤੋਂ ਪਹਿਲਾਂ ਹੁੰਦਾ, ਜਨਵਰੀ ਜਾਂ ਫਰਵਰੀ ਤੋਂ ਸ਼ੁਰੂ ਹੋ ਜਾਂਦਾ, ਮਈ ਤੱਕ ਚੱਲਦਾ। ਮੌਨਸੂਨ ਜਿਹੜਾ ਹੁੰਦਾ ਜੁਲਾਈ, ਅਗਸਤ, ਸਤੰਬਰ, ਯਾਨੀ ਮੀਂਹ ਦੇ ਟਾਈਮ ਹੁੰਦਾ। ਤੇ ਵਿੰਟਰ ਸੈਸ਼ਨ ਹੁੰਦਾ ਨਵੰਬਰ, ਦਸੰਬਰ। ਇਹ ਵੀ ਕੁਐਸਚਨ ਆ ਚੁੱਕਿਆ ਵੀ ਇਹਨਾਂ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਜਿਹੜਾ ਹੈਗਾ ਸੰਸਦ ਦਾ ਸੈਸ਼ਨ ਨਹੀਂ ਹੁੰਦਾ, ਤਾਂ ਤੁਸੀਂ ਯਾਦ ਰੱਖਣਾ 85 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਇੰਪੋਰਟੈਂਟ ਹੈ 93 ਲੋਕ ਸਭਾ ਦਾ ਸਪੀਕਰ ਅਤੇ ਡਿਪਟੀ ਸਪੀਕਰ। ਜੇ ਆਪਾਂ ਨੂੰ ਪੁੱਛਣ ਵੀ ਲੋਕ ਸਭਾ ਦੇ ਪਹਿਲੇ ਸਪੀਕਰ ਕੌਣ ਸੀ ਤਾਂ ਜੀ.ਵੀ. ਮਾਲਵੰਕਰ, ਤੇ ਜੇ ਹੁਣ ਪੁੱਛਣ ਇਸ ਟਾਈਮ ਕੌਣ ਨੇ ਤਾਂ ਓਮ ਬਿਰਲਾ, ਠੀਕ ਹੈ। 93 ਦਾ ਆਰਟੀਕਲ ਹੋ ਗਿਆ। ਤੇ ਇਹਦੇ ਵਿੱਚੋਂ ਬਸ ਇਹ ਯਾਦ ਰੱਖ ਲਿਓ। ਹੋਰ ਇਹਦੇ ਵਿੱਚ ਯਾਦ ਰੱਖਣ ਵਾਲਾ ਹੈਗਾ 110 ਯਾਦ ਰੱਖ ਲਿਓ। 110 ਦੇ ਵਿੱਚ ਮਨੀ ਬਿੱਲ ਆਉਂਦਾ, ਧਨ ਬਿੱਲਾਂ ਦੀ ਪਰਿਭਾਸ਼ਾ, ਠੀਕ ਹੈ। ਤੇ ਇੱਕ ਫਾਈਨੈਂਸ਼ੀਅਲ ਸਟੇਟਮੈਂਟ ਹੁੰਦਾ, ਬਜਟ 112 ਦੇ ਵਿੱਚ ਹੈਗਾ, ਸਾਲਾਨਾ ਵਿੱਤ ਵਿਵਰਣ। ਬਸ ਇੰਨੇ ਕੁ ਯਾਦ ਰੱਖ ਲਓ, ਬਹੁਤ ਨੇ ਇੱਥੋਂ, ਠੀਕ ਹੈ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਆਪਣੇ ਚੈਪਟਰ ਤੀਜਾ, ਅਧਿਆਇ ਤੀਜਾ। ਇਹ ਰਾਸ਼ਟਰਪਤੀ ਦੀ ਸੰਸਦ ਦੇ ਵਿਸ਼ਰਾਮ ਕਾਲ ਦੇ ਦੌਰਾਨ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ। ਜਦੋਂ ਸੰਸਦ ਦੀ ਜਿਹੜੀ ਪਾਰਲੀਮੈਂਟ ਦਾ ਸੈਸ਼ਨ ਨਹੀਂ ਚੱਲ ਰਿਹਾ ਹੁੰਦਾ, ਉਦੋਂ ਰਾਸ਼ਟਰਪਤੀ ਕੋਲ ਰਾਈਟ ਨੇ ਕਿ ਉਹ ਜਿਹੜੇ ਅਧਿਆਦੇਸ਼ ਜਾਰੀ ਕਰ ਸਕਦੇ ਨੇ। ਤਾਂ ਆਰਟੀਕਲ 123 ਦੇ ਵਿੱਚ, ਇਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ ਪਾਵਰ ਆਫ ਪ੍ਰੈਜ਼ੀਡੈਂਟ ਟੂ ਪ੍ਰੋਮਲਗੇਟ ਆਰਡੀਨੈਂਸਿਸ ਡਿਊਰਿੰਗ ਰਿਸੈਸ ਆਫ ਪਾਰਲੀਮੈਂਟ, ਠੀਕ ਹੈ। ਆਰਟੀਕਲ ਅਧਿਆਇ ਤੀਜਾ ਇੱਥੇ ਖਤਮ ਹੋ ਗਿਆ। ਅਧਿਆਇ ਤੀਜੇ ਦੇ ਵਿੱਚ ਇੱਕੋ ਹੀ ਹੈ 123, ਠੀਕ ਹੈ। ਅਧਿਆਇ ਚੌਥਾ ਆ ਗਿਆ ਸੰਘ ਦੀ ਨਿਆਂਪਾਲਿਕਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਯੂਨੀਅਨ ਜੁਡੀਸ਼ਰੀ,
ठीक है, अपनी न्यायपालिका सिस्टम आ गया। 124 सब तो इंपॉर्टेंट है, ਇਹਦੇ ਵਿੱਚ ਜਿਹੜਾ ਹੈਗਾ ਚੀਫ ਜਸਟਿਸ ਆਫ ਇੰਡੀਆ ਸਰਵਉੱਚ ਅਦਾਲਤ ਦੀ ਸਥਾਪਨਾ ਅਤੇ ਗਠਨ। ਜੇ ਪੁੱਛਣ ਇੱਥੋਂ ਕੁਐਸਚਨ ਡਾਇਰੈਕਟ ਆਉਂਦਾ ਹੈ ਕਿ ਚੀਫ ਜਸਟਿਸ ਆਫ ਇੰਡੀਆ ਆਪਣੇ ਕਿਹੜੇ ਆਰਟੀਕਲ ਦੇ ਅਕੋਰਡਿੰਗ ਮਤਲਬ ਅੰਦਰ ਆਉਂਦੇ ਆ, ਤਾਂ ਉਹ 124 ਦੇ ਅੰਦਰ ਆਉਂਦੇ ਆ। ਠੀਕ ਹੈ, ਉਸ ਤੋਂ ਬਾਅਦ ਇੱਥੋਂ ਜਿਹੜੇ ਇੰਪੋਰਟੈਂਟ ਆਰਟੀਕਲ ਨੇ 129 ਤੋਂ ਸ਼ੁਰੂ ਹੁੰਦਾ, 129, 30 ਤੇ 31। 129 ਦੇ ਵਿੱਚ ਹੈਗਾ ਸਰਵਉੱਚ ਅਦਾਲਤ ਦਾ ਰਿਕਾਰਡ ਦੀ ਅਦਾਲਤ ਹੋਣਾ, ਕੋਰਟ ਆਫ ਰਿਕਾਰਡ ਟੂ ਸੁਪਰੀਮ ਕੋਰਟ ਇਜ਼ ਟੂ ਬੀ ਕੋਰਟ ਆਫ ਰਿਕਾਰਡ, ਸਰਵਉੱਚ ਅਦਾਲਤ ਦਾ ਰਿਕਾਰਡ ਦੀ ਅਦਾਲਤ ਹੋਣਾ। ਇਹ ਕੁਐਸਚਨ ਵੀ ਪੁੱਛਿਆ ਜਾ ਚੁੱਕਿਆ ਹੈਡ ਕਾਂਸਟੇਬਲ 'ਚ। ਉਸ ਤੋਂ ਬਾਅਦ 130 ਵੀ ਪੁੱਛਿਆ ਜਾ ਚੁੱਕਿਆ, 131 ਵੀ ਪੁੱਛਿਆ ਜਾ ਸਕਿਆ, ਸੁਪਰ ਇੰਪੋਰਟੈਂਟ ਨੇ, ਇੱਥੋਂ ਕੁਐਸਚਨ ਆ ਸਕਦਾ ਸਰਵਉੱਚ ਅਦਾਲਤ ਦੀ ਥਾਂ। ਠੀਕ ਹੈ, 130 ਜਿਹਦੇ ਇਹਨੂੰ ਕਹਿ ਦਿੰਦੇ ਆ ਸੀਟ ਆਫ ਸੁਪਰੀਮ ਕੋਰਟ। 131 ਦੇ ਵਿੱਚ ਸਰਵਉੱਚ ਅਦਾਲਤ ਦੀ ਆਰੰਭਕ ਅਧਿਕਾਰੀਤਾ, ਓਰੀਜਨਲ ਜੁਰਿਸਡਿਕਸ਼ਨ ਤੇ ਉਹਨੂੰ ਸੁਣਿਆ ਹੋਣਾ ਕਾਫੀ, ਤਾਂ ਇਹਦੇ ਵਿੱਚ ਆ ਜਾਂਦਾ ਹੈ। ਉਸ ਤੋਂ ਬਾਅਦ ਇੱਕ ਆਰਟੀਕਲ ਇੰਪੋਰਟੈਂਟ ਹੈ ਕਿ 143 ਆਰਟੀਕਲ ਇੱਥੇ ਹੋਊਗਾ, ਰਾਸ਼ਟਰਪਤੀ ਦੀ ਸਰਵਉੱਚ ਅਦਾਲਤ ਨਾਲ ਮਸ਼ਵਰਾ ਕਰਨ ਦੀ ਸ਼ਕਤੀ, ਪਾਵਰ ਆਫ ਪ੍ਰੈਜ਼ੀਡੈਂਟ ਟੂ ਕੰਸਲਟ ਸੁਪਰੀਮ ਕੋਰਟ। ਇਹ ਵੀ ਕੁਐਸਚਨ ਆਇਆ ਹੋਇਆ ਆਪਣੇ ਹੈਡ ਕਾਂਸਟੇਬਲ 'ਚ। ਠੀਕ ਹੈ ਜੀ, ਹੁਣ ਆਰਟੀਕਲ ਮਤਲਬ ਅਧਿਆਇ 5ਵਾਂ ਆ ਗਿਆ, ਚੈਪਟਰ 5ਵਾਂ। ਇਹਦੇ ਵਿੱਚ 148 ਆਰਟੀਕਲ ਇੰਪੋਰਟੈਂਟ ਹੈ, ਭਾਰਤ ਦਾ ਕੰਟਰੋਲਰ ਅਤੇ ਮਹਾਲੇਖਾ ਪ੍ਰੀਖਿਅਕ। ਠੀਕ ਹੈ, 148 ਆਪਾਂ ਯਾਦ ਰੱਖਣਾ। ਇਹਦੇ ਜਿਹੜੇ ਇਸ ਟਾਈਮ ਪੁੱਛ ਲੈਣ ਵੀ CAG ਕੌਣ ਨੇ, ਇਹਨੂੰ ਇੰਗਲਿਸ਼ 'ਚ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਕਹਿ ਦਿੰਦੇ ਆ। CAG ਇਸ ਟਾਈਮ ਨੇ ਆਪਣੇ ਸ਼੍ਰੀ ਗਰੀਸ਼ ਚੰਦਰ ਮੁਰਮੂ ਜੀ। ਠੀਕ ਹੈ, ਤਾਂ 148 ਇੰਪੋਰਟੈਂਟ ਹੋ ਗਿਆ। ਇੱਥੋਂ ਆਪਣਾ ਜਿਹੜਾ ਹੈਗਾ ਭਾਗ ਜਿਹੜਾ 5ਵਾਂ ਖਤਮ ਹੋ ਜਾਂਦਾ ਹੈ। 5 ਭਾਗ ਆਪਾਂ ਇੱਥੇ ਤੱਕ ਦੇਖ ਲਏ ਆ। ਠੀਕ ਹੈ, ਆਪਾਂ 5 ਭਾਗ ਦੀ ਇੱਕ ਵਾਰ ਰਿਵੀਜ਼ਨ ਕਰ ਲੈਂਦੇ ਆ। ਪਹਿਲੇ 1 ਤੋਂ 4 ਤੱਕ ਕੀ ਨੇ ਜੀ, ਯੂਨੀਅਨ ਐਂਡ ਇਟਸ ਟੈਰੀਟਰੀ, ਰਾਜ ਅਤੇ ਉਸ ਦੇ ਸੰਘ। ਤੇ ਉਸ ਤੋਂ ਬਾਅਦ 5 ਤੋਂ 11 'ਚ ਕੀ ਹੈ ਜੀ, ਸਿਟੀਜ਼ਨਸ਼ਿਪ, ਨਾਗਰਿਕਤਾ। ਉਸ ਤੋਂ ਬਾਅਦ 12 ਤੋਂ 35 'ਚ ਕੀ ਹੈ, ਮੂਲ ਅਧਿਕਾਰ, ਫੰਡਾਮੈਂਟਲ ਰਾਈਟਸ। ਠੀਕ ਹੈ, ਉਸ ਤੋਂ ਬਾਅਦ 36 ਤੋਂ 51 ਦੇ ਵਿੱਚ ਕੀ ਹੈ, DPSP, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਸ਼ੁਰੂ ਹੋ ਜਾਂਦਾ ਆਪਣੇ 51 ਦੇ ਵਿੱਚ ਕੀ ਹੈ, ਫੰਡਾਮੈਂਟਲ ਡਿਊਟੀਜ਼। ਉਸ ਤੋਂ ਬਾਅਦ ਯੂਨੀਅਨ ਆ ਜਾਂਦਾ, ਜਿਹਦੇ ਵਿੱਚ ਆਰਟੀਕਲ 52 ਤੋਂ ਲੈ ਕੇ 78 ਤੱਕ ਕੀ ਹੈ, ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਬਾਰੇ ਦੱਸਿਆ ਗਿਆ। ਠੀਕ ਹੈ, ਉਸ ਤੋਂ ਬਾਅਦ ਪਾਰਲੀਮੈਂਟ, ਇਹ ਚੈਪਟਰ ਨੇ ਹੁਣ ਆਪਣੇ। ਠੀਕ ਹੈ ਨਾ, ਇਹ ਪਹਿਲਾ ਜਿਹੜਾ ਪਾਰਟ ਹੋ ਗਿਆ ਜਾਂ ਭਾਗ 1 ਕਹਿ ਸਕਦੇ ਹਾਂ, ਪਾਰਟ 1, ਪਾਰਟ 2, ਪਾਰਟ 3, ਪਾਰਟ 4। ਠੀਕ ਹੈ, ਪਾਰਟ 4A ਤੇ ਆ ਪਾਰਟ 5, ਭਾਗ 5ਵਾਂ। ਠੀਕ ਹੈ, ਭਾਗ 5ਵੇਂ ਦੇ 5 ਚੈਪਟਰ ਨੇ, ਯਾਨੀ 5 ਅਧਿਆਏ ਨੇ। ਠੀਕ ਹੈ, ਤਾਂ ਪਹਿਲਾ ਹੋ ਗਿਆ ਆਪਣਾ ਪਾਰਲੀਮੈਂਟ 52 ਤੋਂ 78, ਸੌਰੀ ਪਹਿਲਾ ਹੋ ਗਿਆ ਆਪਣਾ ਐਗਜ਼ੀਕਿਊਟਿਵ ਮਤਲਬ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਹੋ ਗਿਆ 52 ਤੋਂ 78 ਤੱਕ। ਫਿਰ 79 ਤੋਂ ਲੈ ਕੇ 122 ਤੱਕ ਹੋ ਗਿਆ ਆਪਣੇ ਪਾਰਲੀਮੈਂਟ। ਠੀਕ ਹੈ, ਉਸ ਤੋਂ ਬਾਅਦ 123 ਜਿਹੜਾ ਤੀਜਾ ਭਾਗ ਮਤਲਬ ਤੀਜਾ ਇਹਦਾ ਹੋ ਗਿਆ ਚੈਪਟਰ। ਹਾਂ, ਤਾਂ ਤੀਜਾ ਚੈਪਟਰ ਹੈਗਾ ਇਹਦਾ ਉਹੀ ਪਾਵਰ ਆਫ ਪ੍ਰੈਜ਼ੀਡੈਂਟ। ਠੀਕ ਹੈ, ਉਸ ਤੋਂ ਬਾਅਦ ਜੁਡੀਸ਼ਰੀ ਆ ਗਈ, ਨਿਆਂਪਾਲਿਕਾ 124 ਤੋਂ ਲੈ ਕੇ 152 ਤੱਕ। ਠੀਕ ਹੈ, 152 ਦੇਖ ਸਕਦੇ ਤੁਸੀਂ। ਇੱਥੇ ਤੱਕ ਆਪਣਾ ਹੋ ਗਿਆ ਰਿਵੀਜ਼ਨ ਹੋ ਗਈ 5 ਦੀ। ਹੁਣ ਆ ਗਿਆ ਆਪਣਾ ਭਾਗ 6ਵਾਂ, ਰਾਜ, ਸਟੇਟ ਐਂਡ ਸਟੇਟ ਆ ਗਿਆ ਆਪਣਾ। ਠੀਕ ਹੈ, ਤੇ 6ਵਾਂ ਸ਼ੁਰੂ ਹੋ ਜਾਂਦਾ। ਇਹਦੇ ਵਿੱਚ ਆਰਟੀਕਲ ਹੈਗੇ ਨੇ 152 ਤੋਂ 237। ਇਹਦੇ ਵਿੱਚ ਯਾਦ ਕਿਹੜੇ ਕਿਹੜੇ ਰੱਖਣੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਤਾਂ ਯਾਦ ਰੱਖਣਾ ਕਿ 153ਵਾਂ ਰਾਜਾਂ ਦੇ ਰਾਜਪਾਲ। ਠੀਕ ਹੈ, 152 ਦੇ ਵਿੱਚ ਵੈਸੇ ਪਰਿਭਾਸ਼ਾ ਲਿਖੀ ਹੋਈ ਹੈ, ਤੇ ਜੇ ਪੁੱਛਣ ਕਿ ਜੇ ਆਪਣਾ ਗਵਰਨਰ ਜਿਹੜਾ ਹੈ ਰਾਜਪਾਲ ਉਹ ਕਿਹੜੇ ਆਰਟੀਕਲ ਦੇ ਤਹਿਤ ਆਉਂਦਾ, ਤਾਂ 152 ਦੇ ਹੀ ਆਉਂਦਾ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਹੈਗਾ 154 ਆ ਗਿਆ ਪਾਵਰ ਆਫ ਗਵਰਨਰ, ਰਾਜ ਦੀ ਕਾਰਜਪਾਲਕ ਸ਼ਕਤੀ। 155 ਦੇ ਵਿੱਚ ਆ ਗਿਆ ਰਾਜਪਾਲ ਦੀ ਨਿਯੁਕਤੀ। ਠੀਕ ਹੈ ਜੀ, ਕੌਣ ਕਰਦਾ, ਪ੍ਰੈਜ਼ੀਡੈਂਟ ਸਾਹਿਬ ਕਰਦੇ ਨੇ ਆਪਣੇ। ਉਸ ਤੋਂ ਬਾਅਦ 159 ਆ ਗਿਆ ਰਾਜਪਾਲ ਦੀ ਸਹੁੰ ਚੱਕਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ 159 ਦੇ ਵਿੱਚ। ਠੀਕ ਹੈ, ਤਾਂ 152, 53, 54, 55, 59 ਇਹ ਤੁਸੀਂ ਯਾਦ ਰੱਖਣੇ ਨੇ ਇੱਥੋਂ। ਉਸ ਤੋਂ ਬਾਅਦ ਇਹਦੇ ਵਿੱਚ ਇੰਪੋਰਟੈਂਟ ਆ ਜਾਂਦਾ 167ਵਾਂ, ਰਾਜਪਾਲ ਨੂੰ ਜਾਣਕਾਰੀ ਦੇਣ ਆਦਿ ਬਾਰੇ ਮੁੱਖ ਮੰਤਰੀ ਦੇ ਕਰਤੱਵ। ਜੇ ਤੁਹਾਨੂੰ ਡਿਊਟੀਜ਼ ਆਫ CM ਪੁੱਛਣ, ਮੁੱਖ ਮੰਤਰੀ ਦੇ ਕਰਤੱਵ ਸਿੱਧਾ ਹੀ ਪੁੱਛਣ, ਤਾਂ ਵੀ 167। ਠੀਕ ਹੈ, ਬਸ ਇਹਦੇ ਵਿੱਚ ਇੰਨੇ ਕੁ ਯਾਦ ਰੱਖ ਲਿਓ। ਠੀਕ ਹੈ ਜੀ, ਇੱਥੇ ਤੱਕ ਹੋ ਗਿਆ ਆਪਣਾ। ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਚੱਲਾਂਗੇ ਅਧਿਆਇ 8ਵੇਂ ਤੇ ਆਪਣੇ। ਠੀਕ ਹੈ, ਇਹਦੇ ਵਿੱਚ ਜਿਹੜਾ ਆ ਜਾਂਦਾ ਵਾ ਯੂਨੀਅਨ ਟੈਰੀਟਰੀ ਮਤਲਬ ਰਾਜ ਦਾ ਵਿਧਾਨ ਮੰਡਲ। ਇਹਦੇ ਵਿੱਚ ਜਿਹੜਾ ਇੰਪੋਰਟੈਂਟ ਆਰਟੀਕਲ ਹੈ 241। ਬਸ ਆਪਾਂ ਇੱਥੇ ਤੱਕ ਹੀ ਪੜ੍ਹਨੇ ਨੇ, 167 ਤੱਕ ਸੁਪਰ ਇੰਪੋਰਟੈਂਟ ਇੱਥੇ ਤੱਕ ਨੇ। ਉਸ ਤੋਂ ਬਾਅਦ ਇੱਥੇ ਨਹੀਂ ਹੈਗਾ ਜਿਹੜਾ ਜਿਹਦੀ ਮੈਂ ਗੱਲ ਕਰ ਰਿਹਾ ਹੋ ਕੇ ਜਿਹੜਾ ਹੈਗਾ ਪਾਰਟ 8ਵਾਂ ਆ ਜਾਂਦਾ ਉਹ। ਠੀਕ ਹੈ, ਆਪਾਂ ਇਹਨੂੰ ਸਾਰਿਆਂ ਨੂੰ ਸਕਿਪ ਕਰ ਦੇਣਾ। ਜੇ ਪੜ੍ਹਨਾ ਤੁਸੀਂ ਕੁਝ ਇੰਪੋਰਟੈਂਟ ਪੜ੍ਹ ਲਿਓ, ਜੇ ਯਾਦ ਰਹਿੰਦਾ ਤਾਂ ਇਹਦੇ ਵਿੱਚ ਯਾਦ ਰੱਖ ਸਕਦੇ ਹਾਂ ਆਪਾਂ। ਠੀਕ ਹੈ, ਆਪਾਂ ਆ ਜਾਂਦੇ ਹਾਂ ਜੀ ਆਰਟੀਕਲ ਨੰਬਰ 200
39 ਤੇ ਪਾਰਟ 8ਵਾਂ ਸੰਘ ਰਾਜ ਖੇਤਰ ਯੂਨੀਅਨ ਐਂਡ ਇਟਸ ਟੈਰੀਟਰੀ ਯੂਨੀਅਨ ਟੈਰੀਟਰੀ ਇਹਦੇ ਵਿੱਚ ਇੰਪੋਰਟੈਂਟ ਆਰਟੀਕਲ ਹੈ ਜਿਹੜਾ 241 ਸੰਘ ਰਾਜ ਖੇਤਰਾਂ ਦੇ ਵਿੱਚ ਉੱਚ ਅਦਾਲਤ ਹੋਣੀ ਚਾਹੀਦੀ ਹੈ। ਇੱਥੋਂ ਇੱਕ ਕੁਐਸਚਨ ਬਣਿਆ ਸੀਗਾ ਤਾਂ ਕਰਕੇ ਇਹਨੂੰ ਮੈਂ ਜਿਹੜਾ ਹਾਈਲਾਈਟ ਕਰਤਾ 241 ਠੀਕ ਹੈ ਜੀ। ਉਸ ਤੋਂ ਬਾਅਦ ਭਾਗ 9ਵਾਂ ਪੰਚਾਇਤ ਠੀਕ ਹੈ ਇਹ 243 ਤੋਂ 243 ਉਹ ਤੱਕ ਹੈ। ਬਸ ਇਹਦੇ ਵਿੱਚ ਇੰਨਾ ਯਾਦ ਰੱਖਣਾ ਕਿ 243 ਜਿਹੜਾ ਆਰਟੀਕਲ ਹੈ ਪੰਚਾਇਤ ਨਾਲ ਰਿਲੇਟਡ ਹੈ ਆਪਣਾ ਕੰਮ ਬਣ ਜਾਏਗਾ। ਉਸ ਤੋਂ ਬਾਅਦ ਆਪਾਂ ਜਿਹੜਾ ਦੇਖਣਾ ਹੈ 243 ਕਾਫੀ ਵੈਸੇ ਲੰਬਾ ਹੈ। ਇਸ ਤੋਂ ਬਾਅਦ ਆਪਾਂ ਜਿਹੜਾ ਭਾਗ 9ਵਾਂ ਠੀਕ ਹੈ 9ਵਾਂ ਏ ਦੇ ਵਿੱਚ ਜਿਹੜਾ ਹੈਗਾ ਨਗਰ ਪਾਲਿਕਾ ਜਾਣੀ ਕਿ ਮਿਊਨਿਸਪੈਲਿਟੀ ਤੇ 9B ਦੇ ਵਿੱਚ ਜਾਣੀ 9 ਆੜੇ ਦੇ ਵਿੱਚ ਸਹਿਕਾਰੀ ਸੁਸਾਇਟੀਆਂ ਮਤਲਬ ਕੋਆਪਰੇਟਿਵ ਸੁਸਾਇਟੀ ਠੀਕ ਹੈ। ਬਸ ਇੰਨਾ ਹੀ ਯਾਦ ਰੱਖਣਾ ਕਿ 9A ਦੇ ਵਿੱਚ ਇਹ ਹੈ 9B ਦੇ ਵਿੱਚ ਉਹ ਹੈ। ਉਸ ਤੋਂ ਬਾਅਦ ਭਾਗ 10ਵਾਂ ਇੰਪੋਰਟੈਂਟ ਹੈ ਜਿਹਦੇ ਵਿੱਚ ਸ਼ੈਡਿਊਲ ਐਂਡ ਟ੍ਰਾਈਬਲ ਏਰੀਆ ਅਨੁਸੂਚਿਤ ਅਤੇ ਕਬੀਲਾਈ ਖੇਤਰ ਠੀਕ ਹੈ। ਇਹਦੇ ਵਿੱਚ ਆਪਾਂ ਇੰਨਾ ਯਾਦ ਰੱਖਣਾ ਕਿ 244 ਜਿਹੜਾ ਆਰਟੀਕਲ ਹੈ ਅਨੁਸੂਚਿਤ ਅਤੇ ਕਬਾਇਲੀ ਖੇਤਰ ਜਾਣੀ ਜਿਹੜਾ ਹੋ ਗਿਆ ਸ਼ੈਡਿਊਲ ਐਂਡ ਟ੍ਰਾਈਬਲ ਏਰੀਆਸ ਨਾਲ ਇੰਪੋਰਟੈਂਟ ਹੈ ਠੀਕ ਹੈ। ਉਸ ਤੋਂ ਬਾਅਦ ਆਪਣਾ ਆ ਜਾਂਦਾ ਜੀ ਸੰਘ ਅਤੇ ਰਾਜ ਵਿਚਕਾਰ ਸੰਬੰਧ ਠੀਕ ਹੈ। ਇਹ ਬਸ ਹੁਣ ਇਹਦੇ ਵਿੱਚ ਆਰਟੀਕਲ ਜਿਹੜੇ ਅੱਗੇ ਆਉਣਗੇ ਮੈਂ ਤੁਹਾਨੂੰ ਇੰਪੋਰਟੈਂਟ ਦੱਸ ਦੂੰਗਾ। ਬਸ ਆਪਾਂ ਪਾਰਟ ਜਿਹੜੇ ਪੜ੍ਹਨੇ ਆ ਸਾਰੇ ਭਾਗ 11ਵਾਂ ਜਿਹੜਾ ਹੈ ਉਹਦੇ ਵਿੱਚ ਸੰਘ ਅਤੇ ਰਾਜ ਵਿਚਕਾਰ ਸੰਬੰਧ ਬਸ ਇਹੀ ਆਉਂਦਾ ਰਿਲੇਸ਼ਨ ਬਿਟਵੀਨ ਯੂਨੀਅਨ ਐਂਡ ਸਟੇਟ ਠੀਕ ਹੈ। ਬਸ ਇਹਨਾਂ ਕੀ ਯਾਦ ਰੱਖਣਾ ਆਪਾਂ ਇੱਥੋਂ। ਉਸ ਤੋਂ ਬਾਅਦ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਜਾਂਦਾ ਭਾਰਤ ਤੇ ਰਾਜ ਖੇਤਰ ਅੰਦਰ ਵਪਾਰ ਵਣਜ ਅਤੇ ਸਮਾਗਮ ਇਹਨੂੰ ਤਾਂ ਸਕਿਪ ਕਰ ਦਿਓ ਇਹਦੀ ਲੋੜ ਨਹੀਂ ਇੰਨੀ। ਹੁਣ ਆਪਾਂ ਚੱਲਦੇ ਹਾਂ ਸਿੱਧਾ ਹੀ ਆਪਣੇ ਇਲੈਕਸ਼ਨ ਤੇ। ਭਾਗ ਜਿਹੜਾ 15ਵਾਂ ਚੋਣਾਂ ਇਲੈਕਸ਼ਨ ਠੀਕ ਹੈ 324 ਦੇ ਵਿੱਚ ਦੱਸਿਆ ਕਿ ਚੀਫ ਇਲੈਕਸ਼ਨ ਕਮਿਸ਼ਨਰ ਹੋਣਾ ਚਾਹੀਦਾ ਆਪਣੇ ਇੰਡੀਆ ਦੇ ਵਿੱਚ ਤੇ ਉਹਦਾ ਪ੍ਰਾਵਧਾਨ ਜਿਹੜਾ ਹੈਗਾ 324 ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਤੇ ਸੁਸ਼ੀਲ ਚੰਦਰ ਇਸ ਟਾਈਮ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ ਨੇ। 324 ਆਰਟੀਕਲ ਸੁਪਰ ਇੰਪੋਰਟੈਂਟ। ਉਸ ਤੋਂ ਬਾਅਦ ਜਿਹੜਾ 326 ਇੰਪੋਰਟੈਂਟ ਹੈ ਲੋਕ ਸਭਾ ਤੇ ਰਾਜ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਦਾ ਬਾਲਗ ਵੋਟ ਅਧਿਕਾਰ ਤੇ ਆਧਾਰ ਤੇ ਹੋਣਾ ਮਤਲਬ ਕਿ ਰਾਈਟ ਟੂ ਵੋਟ ਆਪਾਂ ਨੂੰ 326 ਦੇ ਵਿੱਚ ਮਿਲਿਆ ਹੋਇਆ ਤੇ 326 ਇੰਪੋਰਟੈਂਟ ਹੈ। ਉਸ ਤੋਂ ਬਾਅਦ ਆਪਣੇ ਲਈ ਇੰਪੋਰਟੈਂਟ ਹੈਗਾ ਜੀ ਭਾਗ 16ਵਾਂ ਇਹਦੇ ਵਿੱਚ ਬਸ ਸਪੈਸ਼ਲ ਪ੍ਰੋਵੀਜ਼ਨ ਫॉर ਸਰਟਨ ਐਕਟਸ ਕੁਝ ਕੁ ਸ਼੍ਰੇਣੀਆਂ ਸੰਬੰਧੀ ਵਿਸ਼ੇਸ਼ ਉਪਬੰਧ ਬਸ ਇਹਨਾਂ ਆਪਾਂ ਨੂੰ ਯਾਦ ਰੱਖਣਾ ਕਿ ਹੈਡਿੰਗ ਇਹਦੀ ਕੀ ਹੈ ਠੀਕ ਹੈ। ਉਸ ਤੋਂ ਬਾਅਦ 17ਵਾਂ ਦੇਖ ਲੈਂਦੇ ਆਪਾਂ ਭਾਗ 17ਵੇਂ ਦੇ ਵਿੱਚ ਭਾਸ਼ਾ ਦੱਸੀ ਹੋਈ ਹੈ ਠੀਕ ਹੈ। ਭਾਸ਼ਾ ਦੇ ਵਿੱਚ 343 ਯਾਦ ਰੱਖਣਾ ਆਪਾਂ ਠੀਕ ਹੈ। ਓਫੀਸ਼ੀਅਲ ਲੈਂਗੁਏਜਸ ਜਿਹੜੇ ਜੇ ਪੁੱਛਣ ਵੀ ਹਿੰਦੀ ਜਿਹੜੀ ਹੈ ਉਹ ਕਿਹੜੇ ਆਰਟੀਕਲ ਦੇ ਅੰਡਰ ਆਉਂਦੀ ਹੈ ਤਾਂ ਆਰਟੀਕਲ 343 ਠੀਕ ਹੈ। ਉਸ ਤੋਂ ਬਾਅਦ ਜਿਹੜੀ ਹੁਣ ਯਾਦ ਰੱਖਣ ਵਾਲੀ ਚੀਜ਼ ਹੈ ਉਹ ਆ ਜਾਂਦੀ ਨੇ ਐਮਰਜੈਂਸੀਆਂ ਆਪਾਂ ਦੇਖ ਲੈਂਦੇ ਹਾਂ। ਆ ਦੇਖ ਸਕਦੇ ਹੋ ਤੁਸੀਂ 18ਵੇਂ ਭਾਗ ਦੇ ਵਿੱਚ ਐਮਰਜੈਂਸੀ ਬਾਰੇ ਦੱਸਿਆ ਗਿਆ ਠੀਕ ਹੈ। ਸਭ ਤੋਂ ਇੰਪੋਰਟੈਂਟ ਇਹਦੇ ਵਿੱਚ 352 ਸੰਕਟ ਦੀ ਘੋਸ਼ਣਾ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ। ਉਸ ਤੋਂ ਬਾਅਦ ਜਿਹੜਾ ਸੁਪਰ ਇੰਪੋਰਟੈਂਟ ਹੈ 356 ਇਹਦੇ ਵਿੱਚ ਆਂਦਾ ਰਾਜਾਂ ਵਿੱਚ ਸੰਵਿਧਾਨਿਕ ਮਸ਼ੀਨਰੀ ਇੱਥੇ ਮਸ਼ੀਨਰੀ ਆਏਗਾ ਦੇ ਫੇਲ ਹੋ ਜਾਣ ਦੀ ਸੂਰਤ ਵਿੱਚ ਉਪਬੰਧ ਠੀਕ ਹੈ ਡਿਊ ਟੂ ਫੇਲੀਅਰ ਆਫ ਕਨਸਟੀਟਿਊਸ਼ਨਲ ਮਸ਼ੀਨਰੀ ਇੰਗਲਿਸ਼ 'ਚ ਕਹਿ ਦਿੰਦੇ ਆਪਾਂ। ਉਸ ਤੋਂ ਬਾਅਦ 360 ਇੰਪੋਰਟੈਂਟ ਹੈ ਵਿੱਤੀ ਸੰਕਟ ਯਾਨੀ ਫਾਈਨੈਂਸ਼ੀਅਲ ਐਮਰਜੈਂਸੀ ਤੋਂ ਵੀ ਕੁਐਸਚਨ ਆਇਆ ਹੈ ਮਸ਼ੀਨਰੀ ਫੇਲ ਤੋਂ ਵੀ ਕੁਐਸਚਨ ਆਇਆ 356 ਠੀਕ ਹੈ ਸੁਪਰ ਇੰਪੋਰਟੈਂਟ ਐਮਰਜੈਂਸੀ ਦੇਖ ਲਿਆ ਆਪਾਂ। ਉਸ ਤੋਂ ਬਾਅਦ ਜਿਹੜਾ 368 ਇੰਪੋਰਟੈਂਟ ਹੈ ਸੰਵਿਧਾਨ ਦੀ ਸੋਧ ਜਿਹੜੀ ਅਮੈਂਡਮੈਂਟਸ ਹੁੰਦੀਆਂ ਨੇ ਚੇਂਜਸ ਹੁੰਦੀਆਂ ਨੇ ਉਹ ਇਹਦੇ ਵਿੱਚ ਆਉਂਦਾ 368 ਵਿੱਚ ਇਹ ਵੀ ਕੁਐਸਚਨ ਆਇਆ ਹੋਇਆ। ਤੇ ਹੋਰ ਇੱਕ ਕੁਐਸਚਨ ਜਿਹੜਾ ਆਇਆ ਸੀਗਾ ਉਹ ਸੀਗਾ 21ਵਾਂ ਪਾਰਟ ਜਿਹੜਾ ਹੈਗਾ ਉਹਦੇ ਵਿੱਚ ਕੀ ਦੱਸਿਆ ਗਿਆ ਅਸਥਾਈ ਅੰਤਰਕਾਲੀ ਤੇ ਵਿਸ਼ੇਸ਼ ਉਪਬੰਧ ਠੀਕ ਹੈ 21 ਹੋ ਗਿਆ ਤੇ ਬਸ ਇਹਦੇ ਵਿੱਚ ਇੰਨਾ ਯਾਦ ਰੱਖਣਾ ਹੈ। ਉਸ ਤੋਂ ਬਾਅਦ 22ਵਾਂ ਆ ਗਿਆ ਇਹਦੀ ਯਾਦ ਰੱਖਣ ਦੀ ਲੋੜ ਹੈ ਨਹੀਂ ਹੈ ਠੀਕ ਹੈ। ਤਾਂ 22 ਪਾਰਟ ਜਿਹੜੇ ਨੇ ਆਪਾਂ ਕਵਰ ਕਰ ਲਏ ਨੇ ਇਹਨਾਂ ਵਿੱਚੋਂ ਇੰਪੋਰਟੈਂਟ ਆਰਟੀਕਲ ਮੈਂ ਤੁਹਾਨੂੰ ਦੱਸਦੇ ਨੇ ਠੀਕ ਹੈ ਜੀ। ਤਾਂ ਇਹੀ ਸਾਰੇ ਜਿਹੜੇ ਪੜ੍ਹਨ ਵਾਲੇ ਨੇ ਜ਼ਰੂਰੀ ਤੁਹਾਨੂੰ ਮੈਂ ਜਿਹੜੇ 5 ਤੱਕ ਰਿਵਾਈਜ਼ ਵੀ ਕਰਾਤੇ ਤੇ ਅੱਗੇ ਹੁਣ ਇੱਥੇ ਵੀ ਰਿਵਾਈਜ਼ ਕਰ ਲੈਂਦੇ ਆਪਾਂ ਇੱਕ ਵਾਰੀ ਇੱਥੇ ਤੱਕ ਆਪਾਂ ਕੀਤੇ ਨਾ ਤੇ ਜਿਹੜਾ ਹੈਗਾ ਆਪਾਂ 5 ਤੱਕ ਰਿਵਾਈਜ਼ ਕਰ ਲਏ ਸੀ। 6ਵੇਂ ਦੇ ਵਿੱਚ ਹੈਗਾ 6ਵੇਂ ਭਾਗ ਦੇ ਵਿੱਚ ਸਟੇਟਸ ਬਾਰੇ ਦੱਸਿਆ ਗਿਆ ਠੀਕ ਹੈ। ਤੇ ਸ਼ੁਰੂ ਹੋ ਜਾਂਦਾ 152 ਦੇ ਵਿੱਚ ਗਵਰਨਰ ਹੋਣਾ ਚਾਹੀਦਾ 154 ਦੇ ਵਿੱਚ ਉਹਦੀ ਗਵਰਨਰ ਦੀਆਂ ਸ਼ਕਤੀਆਂ।
ਉਸ ਤੋਂ ਬਾਅਦ 155 ਦੇ ਵਿੱਚ ਅਪਾਇੰਟਮੈਂਟ ਵੀ ਉਹਦੀ ਕੌਣ ਕਰਦਾ ਹੈ, ਗਵਰਨਰ ਦੀ। ਠੀਕ ਹੈ। 159 ਦੇ ਵਿੱਚ ਓਥ ਆਫ ਗਵਰਨਰ। 152 ਤੋਂ ਲੈ ਕੇ 159 ਤੱਕ ਇੰਪੋਰਟੈਂਟ ਸਾਰੇ ਗਵਰਨਰ ਨਾਲ ਰਿਲੇਟਡ ਹੀ ਆਰਟੀਕਲ ਨੇ, ਤਾਂ ਕੋਈ ਵੀ ਆਰਟੀਕਲ ਆਵੇ ਤੁਸੀਂ ਧਿਆਨ ਨਾਲ ਟਿਕ ਕਰ ਲਿਓ। ਠੀਕ ਹੈ। ਉਸ ਤੋਂ ਬਾਅਦ ਸੀਐਮ ਦੀ ਡਿਊਟੀਜ਼ ਆ ਜਾਂਦੀਆਂ ਨੇ ਇੰਪੋਰਟੈਂਟ 167। ਠੀਕ ਹੈ, ਬਹੁਤ ਹੈ ਇੰਨਾ ਕੁ। ਉਸ ਤੋਂ ਬਾਅਦ ਆਪਾਂ ਅੱਗੇ ਜਿਹੜਾ ਪਾਰਟਸ ਯਾਦ ਰੱਖਣੇ ਨੇ। 8ਵੇਂ ਦੇ ਵਿੱਚ ਯੂਨੀਅਨ ਟੈਰੀਟਰੀ ਹੈ। ਠੀਕ ਹੈ। ਉਸ ਤੋਂ ਬਾਅਦ 9ਵੇਂ ਦੇ ਵਿੱਚ ਜਿਹੜਾ ਹੈਗਾ ਪੰਚਾਇਤ, 9A ਦੇ ਵਿੱਚ ਮਿਊਨਿਸਪੈਲਿਟੀ, 9B ਦੇ ਵਿੱਚ ਕੋਆਪਰੇਟਿਵ ਸੁਸਾਇਟੀ, 10ਵੇਂ ਦੇ ਵਿੱਚ ਜਿਹੜਾ ਸ਼ਡਿਊਲ ਐਂਡ ਟਰਾਈਬ, ਤੇ 11ਵੇਂ ਦੇ ਵਿੱਚ ਜਿਹੜੀ ਰਿਲੇਸ਼ਨਸ ਨੇ ਸਟੇਟਸ ਦੇ ਯੂਨੀਅਨ ਦੇ ਵਿੱਚ। ਉਸ ਤੋਂ ਬਾਅਦ ਇੰਪੋਰਟੈਂਟ ਇਲੈਕਸ਼ਨ ਆ ਜਾਂਦਾ 324 ਦੇ ਵਿੱਚ ਇਲੈਕਸ਼ਨ ਕਮਿਸ਼ਨਰ ਹੋਣਾ ਚਾਹੀਦਾ, ਚੀਫ ਇਲੈਕਸ਼ਨ ਕਮਿਸ਼ਨਰ ਇੰਡੀਆ ਦਾ। ਉਸ ਤੋਂ ਬਾਅਦ ਰਾਈਟ ਟੂ ਵੋਟ ਆਪਣਾ 326 ਦੇ ਵਿੱਚ ਹੈ। ਉਸ ਤੋਂ ਬਾਅਦ 343 ਦੇ ਵਿੱਚ ਹਿੰਦੀ ਲੈਂਗੁਏਜ ਹੈ ਜਾਂ ਓਫੀਸ਼ੀਅਲ ਲੈਂਗੁਏਜ 343 ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਐਮਰਜੈਂਸੀ ਹੈ 352 ਤੋਂ 360। ਠੀਕ ਹੈ, ਯਾਦ ਰੱਖਣੀ ਆਪਾਂ। ਤੇ ਉਸ ਤੋਂ ਬਾਅਦ ਅਮੈਂਡਮੈਂਟ 368। ਬਸ ਇੰਨਾ ਹੀ ਹੈ ਜੀ। ਇਹ ਹੋ ਗਏ ਆਰਟੀਕਲਸ। ਤੁਹਾਨੂੰ ਉੱਥੇ ਦੇ 5 ਤੱਕ ਮੈਂ ਕਰਾਤੇ, ਤੇ ਬਾਅਦ 'ਚ ਆ ਰਿਵੀਜ਼ਨ ਕਰ ਲਿਓ। ਬਸ ਇੰਨਾ ਕੁ ਹੋ ਗਿਆ ਤੁਹਾਡਾ। ਤਾਂ ਤੁਸੀਂ ਜ਼ਰੂਰ ਜੇ 4 ਕੁਐਸਚਨ, ਜੇ 5 ਕੁਐਸਚਨ ਆਏ ਤਾਂ ਤੁਸੀਂ 3 ਤਾਂ ਜ਼ਰੂਰ ਅਟੈਂਪਟ ਕਰ ਪਾਓਗੇ। ਠੀਕ ਹੈ ਜੀ, ਇੱਕੋ ਵਾਰੀ ਪੜ੍ਹੇ ਤੇ। ਉਸ ਤੋਂ ਬਾਅਦ ਆਪਾਂ ਸ਼ਡਿਊਲਸ ਆਫ ਇੰਡੀਅਨ ਕਨਸਟੀਟਿਊਸ਼ਨ, ਅਨੁਸੂਚੀਆਂ ਦੇਖ ਲੈਂਦੇ ਇੱਕ ਵਾਰੀ। ਪਹਿਲੀ ਅਨੁਸੂਚੀ ਦੇ ਵਿੱਚ ਰਾਜ ਦੱਸਿਆ ਗਿਆ। ਠੀਕ ਹੈ, ਕਿ ਪਹਿਲੀ ਸ਼ਡਿਊਲ ਜਿਹੜੀ ਹੈ ਜਿਹਦੇ ਵਿੱਚ ਵੀ ਸਟੇਟਸ ਹੋਣੀ ਚਾਹੀਦੀ, ਯੂਨੀਅਨ ਟੈਰੀਟਰੀ ਦੇ ਬਾਰੇ ਜੋ ਵੀ ਦੱਸਿਆ ਗਿਆ ਪਹਿਲੇ ਦੇ ਵਿੱਚ ਦੱਸਿਆ। ਦੇਖ ਸਕਦੇ ਤੁਸੀਂ ਰਾਜ ਤੇ ਸੰਘ ਰਾਜ ਖੇਤਰ, ਯੂਨੀਅਨ ਟੈਰੀਟਰੀ ਨੂੰ ਕਹਿੰਦੇ ਨੇ। ਦੂਜੀ ਅਨੁਸੂਚੀ ਦੇ ਵਿੱਚ ਦੱਸਿਆ ਗਿਆ ਹੈ ਆਪਣੇ ਜਿਹੜੀ ਸੈਲਰੀ ਹੁੰਦੀ ਹੈ, ਜੇ ਜੋ ਵੀ ਉਹਨਾਂ ਨੂੰ ਭੱਤੇ ਮਿਲਦੇ ਨੇ, ਉਹ ਸਾਰੇ ਦੂਜੀ ਦੇ ਵਿੱਚ ਦੱਸਿਆ ਗਿਆ। ਰਾਸ਼ਟਰਪਤੀ ਰਾਜਾਂ ਦੇ ਰਾਜਪਾਲਾਂ ਬਾਬਤ ਉਪਬੰਧ ਨਿਰਸਤ। ਬਸ ਤੁਸੀਂ ਦੂਜੀ ਅਨੁਸੂਚੀ ਵਿੱਚ ਯਾਦ ਰੱਖੋ ਸੈਲਰੀ ਤੇ ਐਮੋਲੂਮੈਂਟਸ। ਬਸ ਇਹ ਯਾਦ ਰੱਖੋਗੇ ਤੁਹਾਡਾ ਕੰਮ ਬਣ ਜਾਏਗਾ। ਤੀਜੀ ਦੇ ਵਿੱਚ ਸਹੁੰ ਤੇ ਪ੍ਰਤਿੱਗਿਆ, ਓਥ ਐਂਡ ਅਫਰਮੇਸ਼ਨ। ਚੌਥੀ ਦੇ ਵਿੱਚ ਰਾਜ ਸਭਾ ਦੀਆਂ ਥਾਵਾਂ ਦੀ ਟਿਕਣ, ਮਤਲਬ ਕਿ ਐਲੋਕੇਸ਼ਨ ਆਫ ਸੀਟਸ ਜਿਹੜੀਆਂ ਹੁੰਦੀਆਂ ਨੇ ਚੌਥੀ ਦੇ ਵਿੱਚ। ਇਹ ਮੈਂ ਫਾਸਟ ਕਰਵਾ ਰਿਹਾ ਕਿਉਂਕਿ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ। ਪੰਜਵੀਂ ਅਨੁਸੂਚੀ ਦੇ ਵਿੱਚ ਆ ਜਾਂਦਾ ਆਪਣਾ ਸ਼ਡਿਊਲ। ਬਸ ਤੁਸੀਂ ਸ਼ਡਿਊਲ ਯਾਦ ਰੱਖੋਗੇ ਨਾ, ਅਨੁਸੂਚਿਤ ਕਬੀਲੀਆਂ। ਬਸ ਇੰਨਾ ਤੁਹਾਡੇ ਨਾਲ ਕੰਮ ਹੋ ਜਾਏਗਾ। ਜਿਹੜਾ ਸ਼ਡਿਊਲ ਹੋ ਗਿਆ। ਤੇ 6ਵੇਂ ਦੇ ਵਿੱਚ ਟਰਾਈਬ, 6ਵੇਂ ਦੇ ਵਿੱਚ ਟਰਾਈਬਲ ਏਰੀਆ। ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਰਾਜਾਂ ਦੇ ਸੰਘ ਰਾਜ ਖੇਤਰ ਵਿੱਚ ਕਬੀਲਾਈ ਖੇਤਰਾਂ ਦਾ ਪ੍ਰਸ਼ਾਸਨ ਬਾਬਤ ਉਪਬੰਧ। ਇਹ ਤੁਹਾਨੂੰ ਇਹ ਕੁਐਸਚਨ ਵੀ ਆਇਆ ਹੋਇਆ ਹੈ ਹੈਡ ਕਾਂਸਟੇਬਲ 'ਚ। 7ਵੀਂ ਦੇ ਵਿੱਚ ਸੰਘ ਸੂਚੀ। ਠੀਕ ਹੈ, ਜਿਹੜੇ ਵਿੱਚ ਪਾਵਰਸ ਦੱਸੀਆਂ ਹੁੰਦੀਆਂ ਨੇ, ਯੂਨੀਅਨ ਲਿਸਟ, ਸਟੇਟ ਲਿਸਟ, ਕੰਕਰੈਂਟ ਲਿਸਟ, ਉਹ ਸਾਰੀ ਇਹਦੇ ਵਿੱਚ ਹੈ। ਠੀਕ ਹੈ, ਦੇਖ ਸਕਦੇ ਸੰਘ ਸੂਚੀ, ਰਾਜ ਸੂਚੀ, ਸੰਵਰਤੀ ਸੂਚੀ। ਉਸ ਤੋਂ ਬਾਅਦ 8ਵੀਂ ਅਨੁਸੂਚੀ ਵਿੱਚ ਭਾਸ਼ਾਵਾਂ ਨੇ, ਜਿਹਦੇ ਵਿੱਚ 22 ਲੈਂਗੁਏਜਸ ਆਪਣੀਆਂ ਜਿਹੜੀਆਂ ਇਨਕਲੂਡ ਕੀਤੀਆਂ ਗਈਆਂ ਨੇ। ਠੀਕ ਹੈ। 10ਵੀਂ ਦੇ ਵਿੱਚ ਜਿਹੜਾ ਐਂਟੀਡੀਫਿਕੇਸ਼ਨ ਲਾਅ ਹੈ, ਦਲ ਬਦਲੀ ਦੇ ਅਧਿਕਾਰ ਦਾ ਨਾਕਾਬਲੀਅਤ ਬਾਬਤ ਉਪਬੰਧ। ਉਸ ਤੋਂ ਬਾਅਦ 11ਵੀਂ 12ਵੀਂ ਸੁਪਰ ਇੰਪੋਰਟੈਂਟ ਹੈ, ਜਿਹਦੇ ਵਿੱਚ ਪੰਚਾਇਤ ਹੈ ਤੇ ਮਿਊਨਿਸਪੈਲਿਟੀ ਹੈ। ਪੰਚਾਇਤ, ਮਿਊਨਿਸਪੈਲਿਟੀ। ਇੱਥੋਂ ਇੱਕ ਹੋਰ ਕੁਐਸਚਨ ਬਣ ਸਕਦਾ, ਪੰਚਾਇਤ ਦੇ ਕਿੰਨੇ ਸਬਜੈਕਟ ਨੇ? ਤਾਂ 29 ਨੇ। ਤੇ ਮਿਊਨਿਸਪੈਲਿਟੀ ਦੇ ਕਿੰਨੇ ਨੇ? 18। ਬਸ ਆਪਾਂ ਇੰਨਾ ਯਾਦ ਰੱਖਾਂਗੇ। ਤੇ ਇਹ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਤੇ ਇਹਦਾ ਜਿਹੜਾ PDF ਹੈ ਤੁਹਾਨੂੰ ਆਪਣੇ ਟੈਲੀਗ੍ਰਾਮ ਲਿੰਕ 'ਚ ਮਿਲ ਜਾਏਗਾ। ਠੀਕ ਹੈ ਜੀ। ਤੇ ਤੁਸੀਂ ਸਾਰਾ ਦੇਖੋ, ਆਪਣੇ 395 ਆਰਟੀਕਲ ਤੇ 25 ਪਾਰਟਸ ਵਿੱਚ ਡਿਵਾਈਡਡ ਹੈ ਨਾ, ਤੇ 12 ਸ਼ਡਿਊਲ। ਤੁਹਾਨੂੰ ਮੈਂ ਸਾਰੇ ਦੇ ਵਿੱਚੋਂ ਇੰਪੋਰਟੈਂਟ ਦੱਸਦਾ ਵੀ ਕੀ ਪੜ੍ਹ ਕੇ ਜਾਣਾ। ਤੇ ਆਰਟੀਕਲ ਤਾਂ ਆਣੇ ਹੀ ਆਣੇ ਨੇ, ਤਾਂ ਇਹਨੂੰ ਜ਼ਰੂਰ ਪੜ੍ਹ ਕੇ ਜਾਇਓ। ਤੇ ਸਾਰਿਆਂ ਜਿਹੜੇ ਤੁਹਾਡੇ ਨਾਲ ਪੇਪਰ ਦੇਣ ਜਾ ਰਹੇ ਨੇ, ਯਾਰ ਦੋਸਤ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਿਓ। ਤੇ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਜਿਹੜਾ ਆਰਟ ਐਂਡ ਕਲਚਰ ਉੱਤੇ ਵੀਡੀਓ ਆਏਗੀ, ਸਵੇਰੇ ਆ ਜਾਏਗੀ। ਤਾਂ ਤੁਸੀਂ ਇਸ ਚੈਨਲ ਨਾਲ ਜੁੜਿਓ, ਸਬਸਕ੍ਰਾਈਬ ਕਰਿਓ, ਉਹਨੂੰ ਵੀਡੀਓ ਨੂੰ ਲਾਈਕ ਕਰਿਓ। ਤੇ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ।